पूरे पंजाब ते हरियाणे के लोगों ने जिहड़ा हैगा बंद रखिया अपने सूबे नूं ते सरकार नूं अज जिहड़ा हैगा कल भी तोमर दा बयान आया रात भी असीं गलबात लई तैयार हैं। तो हौली हौली जिहड़ा है सरकार वो झुक रही है ते उहनूं कानून रद्द करने पैणे। तो बीजेपी की एक लत्त जिथे आरएसएस की आ, दूजी लत्त उसकी कारपोरेट घराणिਆਂ की आ। एक लत्त ने ਉਹਦੀ ने जवाब दे दिता, दूजी कारपोरेट घराणे ਜਿਹੜੀ ਉਹਦੀ ਲੱਤ ਤੇ खड़े ਹੋਏ ਆ। तो हौली हौली ਜਿਹੜਾ सरकार वो झुकण ਵੱਲ ਜਾਵੇਗੀ। ਅਸੀਂ ਜਿਹੜਾ 2024 तक का अल्टीमेटम ला के बैठे हाँ भी जे सानू 24 तक भी बैठना पिया ਅਸੀਂ बैठांगे पर कानून रद्द करवा के ही उठांगे। दूजी लत्त ਵਿੱਚ ਇਹੋ ਜਿਹਾ ਕਿਹੜਾ ਲੋਹਾ ਪਾਤਾ ਜਿਹੜਾ ਹਜੇ ਤੱਕ ਥੱਕਦੀ ਨਹੀਂ ਉਹ? ਤੁਸੀਂ ਕਹਿ ਰਹੇ ਹੋ ਕਿ ਇੱਕ ਲੱਤ ਜਿਹੜੀ ਹੈਗੀ ਆ ਉਹ ਆਰਐਸਐਸ ਆ, ਦੂਜੀ ਲੱਤ ਜਿਹੜੀ ਹੈਗੀ ਆ ਕਾਰਪੋਰੇਟ ਘਰਾਣੇ ਆ, ਤੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਫਿਰ ਕਿਹਨਾਂ ਨੇ ਕੀਤਾ? ਸਾਬਤ ਕਰਨ ਤੇ ਲੱਗੀਆਂ ਨੇ ਵੀ ਅਸੀਂ ਕਿਸਾਨ ਹਮਾਇਤੀਆਂ, ਅਸੀਂ ਦਲਿਤ ਦੇ ਹੱਕ ਦੇ ਵਿੱਚ ਆ, ਅਸੀਂ ਜਿਹੜਾ ਹੈਗਾ ਆਮ ਲੋਕਾਂ ਦੇ ਹੱਕ ਦੇ ਵਿੱਚ ਆ। ਹੁਣ ਕਾਂਗਰਸ ਦੇ ਜਿਹੜਾ ਵਿੱਚ ਇਹ ਭਾਣਾ ਵਰਤਿਆ ਕੈਪਟਨ ਜਿਹੜਾ ਹੈਗਾ ਉਹਨੂੰ ਲਾਇਆ ਗਿਆ, ਪਰ ਕਾਂਗਰਸ ਦੇ ਕਿਰਦਾਰ ਦੇ ਵਿੱਚ ਕੋਈ ਫਰਕ ਨਹੀਂ ਆਇਆ, ਸਿਰਫ ਚਿਹਰਾ ਬਦਲਿਆ, ਚਰਨਜੀਤ ਚੰਨੀ ਬਦਲਿਆ। साढ़े 700 तो ਵੱਧ ਭਰਾ शहीद हो गए सी। मोदी साहब तो एक लफ्ज ना बोलिया गया। तुसी अमेरिका के टूरां ते हो, तुसी अडानी अबानियां दे कुत्तियां तक दे खबरां लैंदे हो ते साढ़े 700 भरावां दी कोई तुसी कदर ना पाई। इन्हां लीडरां नूं यही हजम नहीं हो रहा कि अज लड़ाइए तां किहड़े मुद्दे ते लड़ाइए, क्योंकि असीं मुद्दिआं नूं खत्म करके नस्ल और फसल की लड़ाई लड़ रहे हैं। ਤੁਹਾਨੂੰ ਲੱਗਦਾ ਵੀ ਕਿਸਾਨਾਂ ਨੂੰ ਆਪਣੀ ਇੱਕ ਖੇਤਰੀ ਪਾਰਟੀ ਦੀ ਲੋੜ ਆ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ? ਹਾਂਜੀ ਹਾਂਜੀ ਬਿਲਕੁਲ, ਕਿਸਾਨਾਂ ਨੂੰ ਆਪਣੇ ਭੈਣ ਭਰਾਵਾਂ ਦੀ ਲੋੜ ਹੈ, ਹੋਰ ਕਿਸੇ ਦੀ ਲੋੜ ਨਹੀਂ। ਅੱਜ ਤੱਕ ਮੈਨੂੰ ਦੱਸ ਦਿਓ ਇੱਕ ਵੀ ਕੋਈ ਸਰਕਾਰ ਦਾ ਨੁਕਸਾਨ ਕਰਿਆ ਹੋਵੇ, ਕੋਈ ਰੇਲ ਜਾਲੀ ਹੋਵੇ, ਕੋਈ ਬੱਸਾਂ ਜਾਲੀਆਂ ਹੋਣ, ਕਿਸੇ ਦੀ ਕਾਰ ਫੂਕੀ ਹੋਵੇ। ਤੁਸੀਂ ਤਾਂ ਪ੍ਰੈਸ ਵਾਲੇ ਸਭ ਕੁਝ ਜਾਣਦੇ ਨੇ। ਅਸੀਂ ਪੀਸਫੁਲ ਰਵਾਂਗੇ 24 ਤੱਕ, ਅਸੀਂ ਇਹਨਾਂ ਨੂੰ ਭਜਾ ਕੇ ਭਜਾ। ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ। ਅੱਜ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਚੱਲਦਿਆਂ ਹੁਣ ਤਾਂ ਇਹ ਕਹਿ ਸਕਦੇ ਹਾਂ ਕਿ ਪੈਰ ਪੈਰ ਤੇ ਕਿਸਾਨ ਬੈਠੇ ਨੇ, ਪੈਰ ਪੈਰ ਤੇ ਰਸਤੇ ਰੋਕ ਕੇ ਕਿਸਾਨ ਬੈਠੇ ਨੇ। ਵੱਡੇ ਹਜੂਮ ਨੇ, ਇਕੱਠ ਨੇ। ਟੋਲ ਪਲਾਜ਼ੇ ਤੇ ਖੜੇ ਆ। ਸੋਲਖੀਆਂ ਟੋਲ ਪਲਾਜ਼ਾ ਹੈ, ਰੋਪੜ ਤੋਂ ਲੈ ਕੇ ਚੰਡੀਗੜ੍ਹ ਨੂੰ ਜਿਹੜੀ ਸੜਕ ਜਾਂਦੀ ਹੈ ਉਹਦੇ ਉੱਤੇ ਸੋਲਖੀਆਂ ਟੋਲ ਪਲਾਜ਼ਾ, ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਕਿਸਾਨਾਂ ਨੇ ਟੋਲ ਪਲਾਜ਼ੇ ਬੰਦ ਕੀਤੇ ਹੋਏ ਨੇ ਉਦੋਂ ਤੋਂ ਹੀ ਕਿਸਾਨ ਇੱਥੇ ਬੈਠੇ ਨੇ। ਪਰ ਅੱਜ ਜਿਹੜਾ ਹਜੂਮ ਹੈ, ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਇਕੱਠੇ ਹੋਏ ਨੇ। ਦਿਖਾਣਾ ਚਾਹਾਂਗਾ ਕਿ ਦਿਖਾ ਦਿਓ ਇੱਕ ਵਾਰੀ, ਦੂਰ ਤੱਕ ਗੱਡੀਆਂ ਹੀ ਗੱਡੀਆਂ ਖੜੀਆਂ ਨੇ, ਮੋਟਰਸਾਈਕਲ ਖੜੇ ਨੇ, ਤੇ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਬੈਠੇ ਨੇ ਜਿੱਥੇ ਕਿ ਸਟੇਜ ਲੱਗੀ ਹੋਈ ਹੈ। ਪਹਿਲੇ ਢਾਡੀਆਂ ਨੇ ਵੀ ਵਾਰਾਂ ਗਾਈਆਂ ਤੇ ਵਾਰਾਂ ਗਾ ਕੇ ਕਿਸਾਨਾਂ ਵਿੱਚ ਜੋਸ਼ ਵੀ ਭਰਿਆ, ਤੇ ਜੋਸ਼ ਤੇ ਹੋਸ਼ ਦਾ ਸੁਮੇਲ ਜਿਹੜਾ ਇੱਥੇ ਦੇਖਣ ਨੂੰ ਮਿਲਿਆ। ਕੋਈ ਹੁੱਲੜਬਾਜ਼ੀ ਦੇਖਣ ਨੂੰ ਨਹੀਂ ਮਿਲੀ। ਕਿਸਾਨਾਂ ਨੇ ਬੜੇ ਪਿਆਰ ਦੇ ਨਾਲ ਸਾਰੀ ਟ੍ਰੈਫਿਕ ਨੂੰ, ਜਿਨ੍ਹਾਂ ਦਾ ਬਣਦਾ ਸੀ ਲੰਘਣਾ, ਐਮਰਜੈਂਸੀ ਵਾਲੀਆਂ ਸੇਵਾਵਾਂ ਨੂੰ ਚੱਲਦਿਆਂ ਵੀ ਰੱਖਿਆ, ਉਹਨਾਂ ਸੇਵਾਵਾਂ ਨੂੰ ਜਾਰੀ ਰੱਖਿਆ ਜਿਹੜੇ ਸੇਵਾਵਾਂ ਦੇ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਹਾ ਗਿਆ ਸੀ ਕਿ ਐਮਰਜੈਂਸੀ ਸੇਵਾਵਾਂ ਨੂੰ ਚੱਲਦਿਆਂ ਰੱਖਣਾ। ਤੇ ਬੁਲਾਰੇ ਲਗਾਤਾਰ ਆਪਣੀ ਵਾਰੀ ਬੋਲ ਰਹੇ ਨੇ, ਆਪਣੇ ਵਿਚਾਰ ਪੇਸ਼ ਕਰ ਰਹੇ ਨੇ। ਤੇ ਕੁਝ ਜਿਹੜੇ ਕਿਸਾਨ ਨੇ ਉਹ ਸਾਡੇ ਨਾਲ ਮੌਜੂਦ ਨੇ, ਇੱਥੇ ਗੱਲਬਾਤ ਵੀ ਉਹਨਾਂ ਦੇ ਨਾਲ ਕਰਵਾਉਂਦੇ ਆ। ਪਹਿਲਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਅਵਤਾਰ ਸਿੰਘ ਪੱਪੀ ਹੈ ਜੀ, ਬਿੰਦਰਖ ਸਿੰਘ। ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਭਾਰਤ ਬੰਦ ਕੀਤਾ ਜਾਣਾ, ਕਿਸ ਤਰ੍ਹਾਂ ਦੇਖਦੇ ਹੋ ਸਾਰਾ? ਅਸੀਂ ਅੱਜ ਸਾਨੂੰ ਜਿਹੜਾ ਰੋਪੜ ਜ਼ਿਲ੍ਹੇ ਦਾ ਪ੍ਰਧਾਨ ਕੁਲਵਿੰਦਰ ਸਿੰਘ ਕਿਸਾਨ ਯੂਨੀਅਨ ਦਾ, ਉਹਨਾਂ ਨੇ ਸਾਨੂੰ ਕਾਲ ਦਿੱਤੀ ਹੈ ਵੀ ਭਾਰਤ ਬੰਦ ਦੇ ਵਿੱਚ ਤੁਸੀਂ ਪਹੁੰਚਣਾ, ਲੰਗਰ ਸੇਵਾ ਲਈ ਵੀ ਲੈ ਕੇ ਪਹੁੰਚਣੀ। ਅਸੀਂ ਬਿੰਦਰਖ ਤੋਂ ਪ੍ਰਬੰਧਕ ਕਮੇਟੀ, ਹੋਰ ਨੌਜਵਾਨ ਸਾਡੇ ਨਾਲ ਲੰਗਰ ਵੀ ਲੈ ਕੇ ਆਏ। ਅਸੀਂ ਸੰਘਰਸ਼ ਦੇ ਵਿੱਚ ਅਸੀਂ ਹਰ ਜਿੱਥੇ ਵੀ ਕੋਈ ਰੈਲੀ ਹੁੰਦੀ ਹੈ ਉਸ ਦੇ ਵਿੱਚ ਹਾਜ਼ਰੀ ਲਾਉਂਦੇ ਸੀ। ਦਿੱਲੀ ਵੀ ਜਾਂਦੇ ਤੇ ਰੋਪੜ ਦੇ ਵਿੱਚ ਜਦੋਂ ਵੀ ਸਾਨੂੰ ਕਾਲ ਆਉਂਦੀ ਵੀ ਲੰਗਰ ਚਾਹੀਦਾ, ਚਾਹ ਚਾਹੀਦੀ, ਉੱਥੇ ਅਸੀਂ ਲੈ ਕੇ ਹਾਜ਼ਰ ਹੁੰਦੇ। ਸਰੀਰਕ ਖੁਰਾਕ ਵੀ ਤੁਸੀਂ ਲੈ ਕੇ ਪਹੁੰਚੇ ਹੋ ਤੇ ਰੂਹ ਦੀ ਖੁਰਾਕ ਵੀ, ਇੱਥੇ ਕੀਰਤਨ ਵੀ, ਕਥਾਵਾਂ ਵੀ ਪਹਿਲਾਂ ਚੱਲੀਆਂ ਤੇ ਢਾਡੀ ਵਾਰਾਂ ਵੀ ਚੱਲੀਆਂ, ਰੂਹ ਦੀ ਖੁਰਾਕ ਵੀ ਇੱਥੇ ਮਿਲੀ ਆ। ਤੇ ਹੁਣ ਕਿੱਦਾਂ ਦੇਖਦੇ ਹੋ ਕਿ ਲੰਮੇ ਸਮੇਂ ਤੋਂ ਕਿਸਾਨ ਜਿਹੜੇ ਹੈਗੇ ਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ, ਸੰਘਰਸ਼ ਲਗਾਤਾਰ ਚੱਲ ਰਿਹਾ, ਹੱਲ ਹੋਊਗਾ ਤਾਂ ਕਿਵੇਂ ਹੋਊਗਾ? ਅੱਜ ਵੀ ਲੰਮੇ ਸਮੇਂ ਤੋਂ ਕਿਸਾਨ ਜਿਹੜੇ ਬੈਠੇ ਸੀ, ਅੱਜ ਵੀ ਵੱਡਾ ਮੋਰਚਾ ਇੱਥੇ ਲਾਇਆ ਹੈ, ਭਾਰਤ ਬੰਦ ਦੀ ਕਾਲ ਹੈ, ਕਿਸ ਤਰ੍ਹਾਂ ਮੰਨਣਗੀਆਂ ਸਰਕਾਰਾਂ? ਜਦੋਂ ਵੀ ਕੋਈ ਸੰਘਰਸ਼ ਜਿਹੜਾ ਲੰਬਾ ਚੱਲਿਆ ਹੈ, ਉਹ ਸੰਘਰਸ਼ ਸਮਝ ਲਓ ਵੀ ਅਸਲੀ ਹੈ। ਸਰਕਾਰਾਂ ਇਹ ਦੇਖਦੀਆਂ ਹੁੰਦੀਆਂ ਵੀ ਲੋਕਾਂ ਨੇ ਥੋੜਾ ਬਹੁਤਾ ਸੰਘਰਸ਼ ਕਰਕੇ ਕੋਈ ਭੁੱਖੇ ਜਿਵੇਂ ਭੱਜ ਜਾਂਦੇ, ਯਾਰ ਕੋਈ ਲੰਗਰ ਮੁੱਕ ਗਿਆ ਜੀ, ਕੋਈ ਹੋਰ ਸਾਧਨ ਨਹੀਂ ਬਣਿਆ ਵੀ ਭੱਜ ਗਏ। ਇਹ ਜਿਹੜਾ ਸੰਘਰਸ਼ ਹੁਣ ਸਾਡਾ ਲੰਬਾ ਚੱਲਿਆ, ਇਹ ਕਾਮਯਾਬ ਹੈ। ਕਿਵੇਂ ਗੋਡੇ ਟੇਕਣਗੀਆਂ ਸਰਕਾਰਾਂ? ਇਹ ਮੋਦੀ ਅੱਜ ਨਹੀਂ ਤਾਂ ਕੱਲ ਟੇਕਿਆ ਜਾਊਗਾ। ਇਹਦੇ ਗੋਡੇ ਅਸੀਂ ਟਿਕਾ ਕੇ ਛੱਡੂਗੇ। ਜਦੋਂ ਤੱਕ ਮੋਦੀ ਗੋਡੇ ਨਹੀਂ ਟੇਕਦਾ, ਉਦੋਂ ਤੱਕ ਅਸੀਂ ਸੰਘਰਸ਼ ਜਾਰੀ ਰੱਖਾਂਗੇ।
ਤੇ ਕੀ ਲੱਗਦਾ ਕਿ ਲੜਾਈ ਇਕੱਲੀ ਇਹ ਕਿਸਾਨਾਂ ਦੀ ਹੈ? ਤੁਸੀਂ ਸਟੇਜ ਤੇ ਵੀ ਹੁਣ ਬੋਲ ਕੇ ਆਏ ਹੋ, ਲੜਾਈ ਹੈ ਕਿਹਦੀ ਆ ਇਹ? ਬੇਸਿਕਲੀ ਮੁੱਦਾ ਕੀ ਆ? ਕਿਸ ਦੇ ਲੜਾਈ ਹੋ ਰਹੀ ਹੈ? ਇਹ ਲੜਾਈ ਹੈ ਜਿਹੜੀ ਕਿਸਾਨਾਂ ਦਾ ਨਾਂ ਚੱਲਦਾ। ਇਹਨਾਂ ਨੂੰ ਥੋੜਾ ਜਿਹਾ ਜਿਹੜਾ ਕਿਸਾਨ ਹੈ, ਜਿਹੜਾ ਜ਼ਿਮੀਂਦਾਰ ਜ਼ਮੀਨ ਨਾਲ ਜੁੜਿਆ ਆ, ਵੀ ਉਹਨੂੰ ਜਿਹੜੀ ਉਹਦਾ ਪ੍ਰਾਪਰਟੀ ਹੈ, ਜ਼ਮੀਨ ਹੈ, ਵੀ ਉਹਨੂੰ ਕਮਾਈ ਦਾ ਸਾਧਨ ਉਹ ਹੈ। ਇਸ ਕਰਕੇ ਕਿਸਾਨ ਜੋੜਿਆ ਜਾ ਰਿਹਾ। ਲੜਾਈ ਆਮ ਲੋਕਾਂ ਦੀ ਹੈ, ਗਰੀਬ ਦੀ, ਮਜ਼ਦੂਰ ਦੀ, ਦੁਕਾਨਦਾਰ ਦੀ, ਹਰ ਇੱਕ ਵਰਗ ਦੀ ਲੜਾਈ ਹੈ। ਕਿਵੇਂ ਡਿਫਾਈਨ ਕਰਦੇ ਹੋ ਜਰਾ? ਡਿਫਾਈਨ ਇਹ ਕਰਦੇ ਅਸੀਂ ਵੀ ਜੇ ਸਰੋਂ ਦੇ ਤੇਲ ਦੀ ਬੋਤਲ ਹੈ ਜਿਹੜੀ, ਉਹ ਪਹਿਲਾਂ 90 ਰੁਪਏ ਦੀ ਸੀ, ਹੁਣ 200 ਦੀ ਹੋਗੀ। ਉਹ ਹਰ ਇੱਕ, ਉਹ ਫਿਰ ਮਜ਼ਦੂਰ ਨੇ ਉਹ ਵੀ ਖਾਣੀ ਹੈ, ਉਹ ਹਰ ਇੱਕ ਵਰਗ ਦੇ ਲੋਕਾਂ ਨੇ ਖਾਣੀ। ਉਹ ਉਹਦਾ ਜਿਹੜਾ ਸਾਨੂੰ ਖਮਿਆਜਾ ਸਾਰਿਆਂ ਨੂੰ ਭੁਗਤਣਾ ਪਊਗਾ। ਸਰਕਾਰਾਂ ਤਾਂ ਕਹਿੰਦੀਆਂ ਅਸੀਂ ਤੁਹਾਨੂੰ ਸੁਖਾਲੇ ਕਰਨਾ, ਅਸੀਂ ਕਾਨੂੰਨ ਤੁਹਾਡੇ ਹੱਕ 'ਚ ਬਣਾਏ ਆ, ਤੁਸੀਂ ਕਹੀ ਜਾਂਦੇ ਹੋ ਕਿ ਕਾਨੂੰਨ ਕਾਲੇ ਆ। ਉਹ ਕਹਿੰਦੇ ਤੁਹਾਨੂੰ ਦੱਸੋ ਸਹੀ ਕਾਲਾ ਕੀ ਆ ਉਹਨਾਂ ਦੇ ਵਿੱਚ? ਉਹਨਾਂ ਦੇ ਵਿੱਚ ਸਾਰੇ ਹੀ ਕਾਲਾ ਹੈ। ਜਿਹੜੀ ਲੋਕਾਂ ਦੀ ਮਰਜ਼ੀ ਉਹਦੇ ਵਿੱਚ ਰੇਟ ਦੇ ਵਿੱਚ MSP ਦੀ ਗੱਲ ਹੈ ਜਾਂ ਕਿਸੇ ਵੀ ਜਿਹੜੀ ਗੱਲ ਹੈ, ਲੋਕਾਂ ਦੀ ਮਰਜ਼ੀ ਨਹੀਂ ਹੈਗੀ ਉਹਦੇ ਵਿੱਚ, ਸਰਕਾਰ ਦੀ ਮਰਜ਼ੀ ਹੈ। ਉਹ ਲੋਕਾਂ ਦੀ ਮਰਜ਼ੀ ਲਾਉਣੀ, ਅਸੀਂ ਸਰਕਾਰ ਦੀ ਮਰਜ਼ੀ ਤੋੜਨੀ। ਬੀਜੇਪੀ ਦਾ ਵਿਰੋਧ ਕਰ ਰਹੇ ਹੋ। ਬੀਜੇਪੀ ਕਹਿੰਦੀ ਅਸੀਂ ਤਾਂ 22 ਦੇ ਵਿੱਚ ਆਪਣੀ ਸਰਕਾਰ ਬਣਾਉਣੀ ਹੈ ਪੰਜਾਬ ਦੇ ਵਿੱਚ। ਸਾਡਾ ਜਿਹੜਾ ਸਿੱਖ ਧਰਮ ਹੈ ਉਹਦਾ ਇਤਿਹਾਸ ਹੈ ਪਹਿਲਾਂ ਤੇ ਸਾਡਾ ਕਿਸੇ ਵੀ ਜਾਤ ਨਾਲ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਭਾਈ ਸਾਡਾ ਸਿੱਖ ਧਰਮ ਦਾ ਪਹਿਲਾਂ ਤੇ ਅਸੂਲ ਹੈ। ਪਰ ਸਿੱਖ ਧਰਮ ਦਾ ਜ਼ਾਲਮ ਨਾਲ ਤਾਂ ਸਿੱਧਾ ਟੱਕਰ ਹੈ। ਜਿਹੜਾ ਜ਼ਾਲਮ ਹੈ, ਦੁਸ਼ਮਣ ਹੈ, ਉਹਦੇ ਨਾਲ ਇੱਟ ਦੇ ਇੱਟ ਨਾਲ ਖੜਕਾਵਾਂਗੇ, ਖੰਡੇ ਨਾਲ ਖੰਡਾ ਖੜਕਾ ਕੇ ਮੋਦੀ ਨਾਲ ਦਿੱਲੀ ਜਾਵਾਂਗੇ। ਨਾਲੇ ਖੰਡਾ ਖੜਕਾਉਣ ਦਾ ਮਤਲਬ ਦੱਸ ਦਿਓ, ਕਿਤੇ ਖੰਡਾ ਖੜਕਾਉਣ ਦਾ ਮਤਲਬ ਕੋਈ ਗਲਤ ਨਾ ਸਮਝ ਲਵੇ। ਨਾ, ਮਤਲਬ ਸਾਡਾ ਇਹ ਹੈ ਵੀ ਜਿਹੜੇ ਉਹਨਾਂ ਕਾਨੂੰਨ ਸਾਡੇ ਪਰ ਠੋਪੇ ਹੈ, ਗਰੀਬ ਪਰ, ਮਜ਼ਦੂਰ ਪਰ, ਕਿਸਾਨ ਪਰ, ਉਹਨਾਂ ਦੇ ਖਿਲਾਫ ਲੜਾਈ ਸਾਡੀ। ਅੱਜ ਦਾ ਮੋਰਚਾ ਫਿਰ ਜਿਹੜਾ ਅੱਜ ਲੱਗਿਆ ਹੈ, ਇਹਦਾ ਅਸਰ ਪਊਗਾ, ਸਰਕਾਰ ਤੇ ਦਬਾਅ ਪਊਗਾ? ਹਾਂ ਬਿਲਕੁਲ ਪਾਊਂਗਾ, ਕਿਉਂ ਨਹੀਂ ਪਾਊਂਗਾ। ਸਰਕਾਰ ਗੋਡੇ ਟੇਕ ਰਹੀ ਹੈ। ਅੱਜ ਮੈਸੇਜ ਆ ਰਹੇ ਵੀ ਸਾਡੇ ਨਾਲ ਗੱਲਬਾਤ ਕਰੋ। ਗੱਲਬਾਤ ਨਹੀਂ ਕਰਨੀ, ਸਿਰਫ ਕਾਨੂੰਨ ਰੱਦ ਕਰਕੇ ਉੱਠਣਾ। ਕਾਨੂੰਨ ਰੱਦ ਹੋਣਗੇ ਤਾਂ ਹੀ ਉੱਠਾਂਗੇ। ਸੋ ਬਿਲਕੁਲ, ਹੋਰ ਵੀ ਇੱਥੇ ਨੁਮਾਇੰਦੇ ਹੈਗੇ ਨੇ, ਗੱਲਬਾਤ ਤੁਹਾਡੀ ਕਰਵਾ ਦਿੰਦੇ ਆ। ਕੀ ਨਾਮ ਹੈ ਜੀ ਤੁਹਾਡਾ? ਜਗਮਨਦੀਪ ਸਿੰਘ ਜੀ ਪੜੀ। ਕਿਵੇਂ ਦੇਖਦੇ ਹੋ ਜਿਹੜੀ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ, ਅੱਜ ਕਿਸ ਤਰ੍ਹਾਂ ਦਾ ਹੁੰਗਾਰਾ ਆ ਰਿਹਾ? ਬਿਲਕੁਲ, ਰੋਪੜ ਜ਼ਿਲ੍ਹੇ ਦੇ ਵਿੱਚ ਹੀ ਤੁਸੀਂ ਦੇਖ ਲਓ 10 ਤੋਂ 12 ਜਗ੍ਹਾ ਜਿਹੜਾ ਅੱਜ ਇਹ ਰੋਡ ਜਾਮ ਕੀਤੇ ਗਏ ਆ, ਬਲੌਕੇਜ ਕੀਤੀ ਗਈ, ਟ੍ਰੇਨਾਂ ਰੋਕੀਆਂ ਗਈਆਂ। ਟੋਲ ਪਲਾਜ਼ਾ ਤੇ 3 ਤੋਂ 4000 ਲੋਕਾਂ ਨੇ ਪਹੁੰਚ ਕੇ ਸ਼ਮੂਲੀਅਤ ਕੀਤੀ ਆ। ਵੱਡਾ ਹੁੰਗਾਰਾ ਮਿਲਿਆ। ਪੂਰੇ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੇ ਜਿਹੜਾ ਹੈਗਾ ਬੰਦ ਰੱਖਿਆ ਆਪਣੇ ਸੂਬਿਆਂ ਨੂੰ। ਤੇ ਸਰਕਾਰ ਨੂੰ ਅੱਜ ਜਿਹੜਾ ਹੈਗਾ, ਕੱਲ ਵੀ ਤੋਮਰ ਦਾ ਬਿਆਨ ਆਇਆ ਰਾਤ ਵੀ ਅਸੀਂ ਗੱਲਬਾਤ ਲਈ ਤਿਆਰ ਹਾਂ। ਤੋ ਹੌਲੀ ਹੌਲੀ ਜਿਹੜਾ ਹੈ ਸਰਕਾਰ ਉਹ ਝੁਕ ਰਹੀ ਆ ਤੇ ਉਹਨੂੰ ਕਾਨੂੰਨ ਰੱਦ ਕਰਨੇ ਪੈਣੇ। ਗੱਲਬਾਤ ਲਈ ਤਾਂ ਸਰਕਾਰ ਬਹੁਤ ਸਮੇਂ ਦੀ ਤਿਆਰ ਹੋਈ ਜਾਂਦੀ ਹੈ। ਕਹੀ ਜਾਂਦੇ ਆ ਕਿ ਪਹਿਲਾਂ ਮੀਟਿੰਗਾਂ ਹੋ ਵੀ ਲਈਆਂ ਤੇ ਸਰਕਾਰ ਮੋਦੀ ਸਾਹਿਬ ਵੱਲੋਂ ਜਾਂ ਖੇਤੀਬਾੜੀ ਮੰਤਰੀ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਇੱਕ ਫੋਨ ਕਾਲ ਦੀ ਜਿਹੜੀ ਹੈਗੀ ਆ ਦੂਰੀ ਆ, ਸਿਰਫ ਇੱਕ ਫੋਨ ਕਾਲ ਕਿਸਾਨਾਂ ਨਾਲ ਹੋ ਗਈ ਤਾਂ ਕੋਈ ਗੱਲਬਾਤ ਹੋ ਸਕਦੀ ਆ। ਅਜੇ ਤੱਕ ਤਾਂ ਪਰ ਕੋਈ ਮਸਲਾ ਕਿਸੇ ਪਾਸੇ ਲੱਗਦਾ ਨਹੀਂ ਦਿਖਦਾ। ਦਿਓ ਮੋਦੀ ਜਦੋਂ ਅਮਰੀਕਾ ਗਿਆ ਉੱਥੇ ਵੀ ਪੰਜਾਬੀਆਂ ਨਾਲ ਬੜੀ ਉਹਦੀ ਜਿਹੜੀ ਆ ਮੁਰਦਾਬਾਦ ਨਾਅਰੇਬਾਜ਼ੀ ਕੀਤੀ ਆ ਉਹਦੇ ਖਿਲਾਫ। ਸਾਨੂੰ ਜੋ ਰਿਪੋਰਟਾਂ ਮਿਲੀਆਂ ਨੇ ਕਿ ਜਦੋਂ ਤੋਂ ਯੂਪੀ ਇਲੈਕਸ਼ਨ ਆ, ਯੂਪੀ ਦੇ ਵਿੱਚ ਮਹਾਪੰਚਾਇਤਾਂ ਹੋਈਆਂ ਨੇ, ਕਿ ਸਰਕਾਰ ਦਬਾਅ ਦੇ ਵਿੱਚ ਆ। ਈਵਨ RSS ਦੇ ਕਿਸਾਨੀ ਮਹਾਸੰਘ ਨੇ ਵੀ ਇਹ ਗੱਲ ਕਹੀ ਆ ਕਿ ਕਾਨੂੰਨ ਜਿਹੜੇ ਆ ਰੱਦ ਹੋਣੇ ਚਾਹੀਦੇ ਆ। ਤਾਂ ਬੀਜੇਪੀ ਦੀ ਇੱਕ ਲੱਤ ਜਿੱਥੇ RSS ਦੀ ਆ, ਦੂਜੀ ਲੱਤ ਉਹਦੀ ਕਾਰਪੋਰੇਟ ਘਰਾਣਿਆਂ ਦੀ ਆ। ਇੱਕ ਲੱਤ ਨੇ ਉਹਦੀ ਨੇ ਜਵਾਬ ਦੇ ਦਿੱਤਾ, ਦੂਜੀ ਕਾਰਪੋਰੇਟ ਘਰਾਣੇ ਜਿਹੜੀ ਉਹਦੀ ਲੱਤ ਦੇ ਖੜੇ ਹੋਏ ਆ। ਤਾਂ ਹੌਲੀ ਹੌਲੀ ਜਿਹੜਾ ਸਰਕਾਰ ਉਹ ਝੁਕਣ ਵੱਲ ਜਾਵੇਗੀ। ਅਸੀਂ ਜਿਹੜਾ 2024 ਤੱਕ ਦਾ ਅਲਟੀਮੇਟਮ ਲਾ ਕੇ ਬੈਠੇ ਆ ਵੀ ਜੇ ਸਾਨੂੰ 24 ਤੱਕ ਵੀ ਬੈਠਣਾ ਪਿਆ ਅਸੀਂ ਬੈਠਾਂਗੇ, ਪਰ ਕਾਨੂੰਨ ਰੱਦ ਕਰਵਾ ਕੇ ਹੀ ਉੱਠਾਂਗੇ। ਦੂਜੀ ਲੱਤ ਵਿੱਚ ਇਹੋ ਜਿਹਾ ਕਿਹੜਾ ਲੋਹਾ ਪਾਤਾ ਜਿਹੜਾ ਹਜੇ ਤੱਕ ਥੱਕਦੀ ਨਹੀਂ? ਉਹਦਾ ਕਾਰਨ ਇਹ ਆ ਵੀ ਜਿਹੜੇ ਕਾਨੂੰਨ ਲੈ ਕੇ ਆਉਣ ਦੇ ਵਿੱਚ ਕਾਰਪੋਰੇਟ ਮਲਟੀਨੈਸ਼ਨਲ ਕੰਪਨੀਆਂ ਦਾ ਬਹੁਤ ਵੱਡਾ ਹੱਥ ਆ। 2014-15 ਦੇ ਵਿੱਚ ਬਾਦਲਾਂ ਨੇ ਡਗਰੂ ਦੇ ਵਿੱਚ ਸੈਲੋ ਬਣਵਾਏ ਬਾਨੀਆਂ ਡਾਨੀਆਂ ਦੇ। ਹੌਲੀ ਹੌਲੀ ਸਾਰਾ ਜਿਹੜਾ ਖਾਦ ਪਦਾਰਥ ਆ, ਸੇਬ ਜਿਹੜੇ ਆ ਉਹ ਡਾਨੀ ਨੂੰ ਦੇ ਦਿੱਤੇ ਗਏ ਹਿਮਾਚਲ ਦੇ। ਇਸ ਤਰ੍ਹਾਂ ਪੰਜਾਬ ਦੀ ਜ਼ਮੀਨ ਵੀ ਜਿਹੜੀ ਆ ਉਹ ਕਾਰਪੋਰੇਟ ਘਰਾਣੇ ਨੂੰ ਦੇਣਾ ਚਾਹੁੰਦੀ ਆ। ਤੋ ਜਿਹੜਾ ਕਾਰਪੋਰੇਟ ਸੈਕਟਰ ਆ ਉਹਨੂੰ ਅੱਜ ਇਹ ਪਤਾ ਲੱਗ ਗਿਆ ਵੀ ਕਿਸਾਨ ਜਿਹੜੇ ਆ, ਤੁਸੀਂ ਸ਼ਰਟ ਪਾਈ ਆ, ਕੱਪੜੇ ਪਾਏ ਆ, ਗੱਡੀ ਆ, ਇਹ ਤੋਂ ਬਿਨਾਂ ਗੁਜ਼ਾਰਾ ਕਰ ਲੂਗਾ। ਕੋਈ ਵੀ ਆਮ ਪਬਲਿਕ ਆ ਜਿਹੜੀ ਉਹ ਬੜੀਆਂ ਗੱਡੀਆਂ ਤੋਂ ਬਿਨਾਂ ਗੁਜ਼ਾਰਾ ਕਰ ਲੂਗੀ, ਪਰ ਇੱਕ ਆਮ ਲੋਕ ਨੂੰ ਰੋਜ਼ਾਨਾ 2 ਟਾਈਮ 3 ਟਾਈਮ ਰੋਟੀ ਖਾਣੀ ਆ ਤੇ ਉਹਨੂੰ ਰੋਟੀ ਦੀ ਲੋੜ ਆ, ਦਾਲ ਦੀ, ਚੌਲ ਦੀ, ਅਨਾਜ ਦੀ, ਤੇ ਇਹ ਤੋਂ ਬਿਨਾਂ ਉਹਦਾ ਗੁਜ਼ਾਰਾ ਨਹੀਂ ਆ। ਇਸ ਕਰਕੇ ਅੱਜ ਉਹ ਜ਼ਮੀਨਾਂ ਦੇ ਉੱਤੇ ਆਪਣੀ ਅੱਖ ਰੱਖੀ ਬੈਠਾ ਤੇ ਇਹ ਕਾਨੂੰਨ ਜਿਹੜੇ ਆ ਉਹਨਾਂ ਖਤਰ ਲੈ ਕੇ ਆਂਦੇ ਗਏ। ਤੁਸੀਂ ਕਹਿ ਰਹੇ ਹੋ ਕਿ ਇੱਕ ਲੱਤ ਜਿਹੜੀ ਹੈਗੀ ਆ ਉਹ RSS ਆ, ਦੂਜੀ ਲੱਤ ਜਿਹੜੀ ਹੈਗੀ ਆ ਕਾਰਪੋਰੇਟ ਘਰਾਣੇ ਆ, ਤੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਫਿਰ ਕਿਹਨਾਂ ਨੇ ਕੀਤਾ? ਪੰਜਾਬ ਦੇ ਵਿੱਚ ਸਾਡੇ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਉਹ ਬਾਦਲ ਦਲ ਹੋਣ, ਅਕਾਲੀ ਹੋਣ, ਜਿਨ੍ਹਾਂ ਨੇ ਇਹਨਾਂ ਦੇ ਸੈਲੋ ਬਣਵਾਏ ਨੇ, ਇਹਨਾਂ ਨੂੰ ਇੱਥੇ ਪਹਾੜ ਦਿੱਤੇ ਨੇ, ਇਹਨਾਂ ਨੂੰ ਇੱਥੇ ਜਿਹੜੀਆਂ ਕੰਪਨੀਆਂ ਖੁਲਵਾਈਆਂ ਨੇ ਸਸਤੇ ਰੇਟਾਂ ਦੇ ਵਿੱਚ 65 ਰੁਪਏ ਦੇ ਵਿੱਚ ਰਜਿਸਟਰੀ ਜਿਹੜੀ ਆ ਉਹ ਸੈਲੋ ਦੀ ਆ, ਉਹ ਬਾਦਲ ਨੇ ਕਰਵਾਈ ਆ। ਤੋਂ ਇਹਨਾਂ ਦੇ ਪੈਰ ਲਵਾਉਣ ਵਾਲੇ ਇਹ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਨੇ। ਤੁਸੀਂ ਕੀ ਸਮਝਦੇ ਹੋ ਵੀ ਕਾਰਪੋਰੇਟ ਘਰਾਣੇ
ਆਣੇ ਨਹੀਂ ਚਾਹੀਦੇ ਪੰਜਾਬ ਦੇ ਵਿੱਚ, ਜਾਂ ਉਹਨਾਂ ਦੇ ਉੱਤੇ ਸਕੰਜਾ ਕੱਸ ਕੇ ਰੱਖਣਾ ਚਾਹੀਦਾ, ਉਹਨਾਂ ਨੂੰ ਆਪਣੇ ਥੱਲੇ ਰੱਖਣਾ ਚਾਹੀਦਾ, ਕਾਨੂੰਨ ਸਖਤ ਹੋਣੇ ਚਾਹੀਦੇ ਆ? ਜਿਹੜੀ ਸਾਡੀ ਸਮਝ ਆ, ਸਾਨੂੰ ਇਹ ਆ ਵੀ ਜਿਹੜੀ ਸਾਡੀ ਸਮਾਲ ਸਕੇਲ ਇੰਡਸਟਰੀ ਆ ਜਿਹੜੀ ਪੰਜਾਬ ਦੀ ਆ, ਉਹਨੂੰ ਜਿਹੜਾ ਪ੍ਰੋਤਸਾਹਨ ਕਰਨਾ ਚਾਹੀਦਾ। ਮੰਨ ਲਓ ਪੰਜਾਬ ਦੇ ਵਿੱਚ ਇੰਡਸਟਰੀ ਲੱਗੇ ਖੇਤੀਬਾੜੀ ਨਾਲ ਸੰਬੰਧਿਤ, ਸਾਡਾ ਰੋਪੜ ਦਾ ਇਲਾਕਾ, ਊਨੇ ਦਾ ਇਲਾਕਾ, ਪਟਿਆਲੇ ਦਾ ਇਲਾਕਾ ਵੱਡੀ ਗਿਣਤੀ ਵਿੱਚ ਆਲੂ ਬੀਜਦਾ, ਆਲੂ ਦੇ ਰਿਲੇਟਡ ਜਿਹੜੀ ਆ ਇੰਡਸਟਰੀ ਲੱਗੇ, ਲੋਕਾਂ ਨੂੰ ਰੁਜ਼ਗਾਰ ਮਿਲੇ। ਹੋਰ ਤੁਸੀਂ ਦੇਖ ਲਓ ਸਾਡੇ ਜਲੰਧਰ ਦੇ ਵਿੱਚ ਸਪੋਰਟਸ ਦੀ ਇੰਡਸਟਰੀ ਬਹੁਤ ਮਸ਼ਹੂਰ ਸੀਗੀ, ਜਿਹੜੀ ਸਮਾਲ ਇੰਡਸਟਰੀ ਸੀਗੀ ਉਹ ਖਤਮ ਕਰ ਦਿੱਤੀ ਗਈ ਆ। ਉਹਦੇ ਬਾਅਦ ਹਰਿਆਣੇ ਦੇ ਵਿੱਚ ਇੰਡਸਟਰੀ ਜਿਹੜੀ ਆ ਖੋਲ੍ਹੀ ਗਈ ਆ। ਤਾਂ ਅਸੀਂ ਚਾਹੁੰਦੇ ਹਾਂ ਸਮਾਲ ਸਕੇਲ ਇੰਡਸਟਰੀ ਹੋਵੇ, ਇੱਥੋਂ ਦੇ ਜਿਹੜੇ ਲੋਕਲ ਸਾਡੀ ਜਿਹੜੀਆਂ ਹੈਗੀਆਂ ਨੇ ਕੰਪਨੀਆਂ, ਉਹਨਾਂ ਨੂੰ ਜਿਹੜਾ ਹੈਗਾ ਸਪੋਰਟ ਕੀਤੀ ਜਾਵੇ, ਵੱਡੀਆਂ ਕੰਪਨੀਆਂ ਨੂੰ ਬਾਹਰ ਰੱਖਿਆ ਜਾਵੇ। ਪੰਜਾਬ ਦੇ ਵਿੱਚ ਪਹਿਲਾਂ ਕੈਪਟਨ ਸਰਕਾਰ ਰਹਿੰਦੀ ਹੈ, ਕੈਪਟਨ ਸਾਹਿਬ ਉਹਨਾਂ ਦੇ ਉਸ ਸਰਕਾਰ ਦੇ ਮੁੱਖ ਮੰਤਰੀ ਰਹਿੰਦੇ ਆ। ਪਿਛਲੇ ਦਿਨਾਂ ਵਿੱਚ ਉਹਨਾਂ ਨੂੰ ਸਾਬਕਾ ਕਰ ਦਿੱਤਾ ਜਾਂਦਾ, ਮੁੱਖ ਮੰਤਰੀ ਨਵੇਂ ਬਣ ਜਾਂਦੇ ਆ ਜਿਹੜੇ ਕਿ ਕਹਿੰਦੇ ਕਿ ਮੈਂ ਸਿੰਘੂ ਬਾਰਡਰ ਹੁਣ ਜਾਵਾਂਗਾ, ਮੈਂ ਕਿਸਾਨਾਂ ਦਾ ਹਮਾਇਤੀ ਹਾਂ। ਕਿਸ ਤਰ੍ਹਾਂ ਦੇਖਦੇ ਹੋ, ਲੱਗਦਾ ਹੈ ਕਿ ਕੁਝ ਹੋ ਸਕੇਗਾ ਜਾਂ ਫਿਰ ਇਹ ਲਾਰੀ ਰਹਿਣਗੇ? ਦੇਖੋ ਇਹ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਅੱਜ ਉਹਨਾਂ ਨੇ ਇੱਕ ਚੀਜ਼ ਇਹ ਸਾਬਤ ਕਰਨ ਤੇ ਲੱਗੀਆਂ ਨੇ ਵੀ ਅਸੀਂ ਕਿਸਾਨ ਹਮਾਇਤੀਆਂ, ਅਸੀਂ ਦਲਿਤ ਦੇ ਹੱਕ ਦੇ ਵਿੱਚ ਆ, ਅਸੀਂ ਜਿਹੜਾ ਹੈਗਾ ਆਮ ਲੋਕਾਂ ਦੇ ਹੱਕ ਦੇ ਵਿੱਚ ਆ। ਹੁਣ ਕਾਂਗਰਸ ਦੇ ਜਿਹੜਾ ਵਿੱਚ ਇਹ ਭਾਣਾ ਵਰਤਿਆ, ਕੈਪਟਨ ਜਿਹੜਾ ਹੈਗਾ ਉਹਨੂੰ ਲਾਇਆ ਗਿਆ, ਪਰ ਕਾਂਗਰਸ ਦੇ ਕਿਰਦਾਰ ਦੇ ਵਿੱਚ ਕੋਈ ਫਰਕ ਨਹੀਂ ਆਇਆ, ਸਿਰਫ ਚਿਹਰਾ ਬਦਲਿਆ, ਚਰਨਜੀਤ ਚੰਨੀ ਬਦਲਿਆ। ਕੀ ਕਾਂਗਰਸ ਸਰਕਾਰ ਕਰਜ਼ੇ ਦੇ ਉੱਤੇ ਲੀਕ ਫੇਰੇਗੀ? ਜੋ ਉਹਨਾਂ ਨੇ ਵਾਅਦਾ ਕੀਤਾ ਸੀ ਉਹ ਮੇਰੇ ਖਿਆਲ ਨਾਲ ਤਾਂ ਫੇਰ ਨਹੀਂ ਸਕਦੀ। ਕੀ ਉਹ 2 ਮਹੀਨੇ ਦੇ ਵਿੱਚ ਚਰਨਜੀਤ ਚੰਨੀ ਸਾਰੇ ਪੰਜਾਬ ਦੀਆਂ ਮੁਸ਼ਕਲਾਂ ਹੱਲ ਕਰ ਦੂਗਾ? ਕਿ ਮਾਈਨਿੰਗ ਮਾਫੀਆ ਬੰਦ ਹੋ ਜਾਊਗਾ? ਕਿ ਪੰਜਾਬ ਦੇ ਸਰਕਾਰੀ ਸਕੂਲ ਜਿਹੜੇ ਆ ਉਹ ਸਾਰੇ ਜਿਹੜੇ ਆ ਉਹ ਖੋਲ੍ਹੇ ਜਾਣਗੇ? ਕਿ ਜਿਹੜੇ ਭਰਤੀ ਆ, ਪੱਕੀ ਭਰਤੀ ਆ ਕਾਲਜਾਂ ਵਿੱਚ ਕੀਤੀ ਜਾਊਗੀ ਟੀਚਰਾਂ ਦੀ? ਕੀ ਜਿਹੜਾ ਹੈਗਾ ਜਿਹੜੇ ਹਸਪਤਾਲ ਆ ਉਹਨਾਂ ਵਿੱਚ ਰੈਗੂਲਰ ਭਰਤੀ ਕੀਤੀ ਜਾਊਗੀ? ਤਾਂ ਜਿਹੜੇ ਸਾਰੇ ਸਵਾਲ ਆ ਉਹ ਸਾਡੇ ਲੋਕਾਂ ਸਾਹਮਣੇ ਖੜੇ ਆ, ਪਰ ਕਾਂਗਰਸ ਦੇ ਕਿਰਦਾਰ ਦੇ ਵਿੱਚ ਕੋਈ ਫਰਕ ਨਹੀਂ ਪਾਇਆ। ਇਸ ਕਰਕੇ ਸਾਨੂੰ ਉਹਨਾਂ ਤੋਂ ਕੋਈ ਉਮੀਦ ਨਹੀਂ ਹੈਗੀ। ਸਾਰੇ ਸਵਾਲਾਂ ਤੋਂ ਪਹਿਲਾਂ ਤਾਂ ਇੱਕ ਵੱਡਾ ਸਵਾਲ ਇਹ ਆ ਵੀ ਖਜ਼ਾਨਾ ਖਾਲੀ ਹੈਗਾ, ਭਰਿਆ ਹੋਇਆ? ਪੰਜਾਬ ਦੇ ਵਿੱਚ ਜਿਹੜਾ 3 ਲੱਖ ਤੋਂ ਕਰੋੜ ਦਾ ਵੱਧ ਦਾ ਕਰਜ਼ਾ ਜਿਹੜਾ ਉਹ ਪੰਜਾਬ ਸਰਕਾਰ ਦੇ ਕਰਜ਼ੇ ਹੀ ਆ। ਕਿੰਨੇ ਲੱਖ ਦਾ ਕਰਜ਼ਾ ਜਿਹੜਾ ਪੰਜਾਬ ਸਰਕਾਰ ਦੇ ਉੱਤੇ ਮੌਜੂਦਾ ਏ ਤੇ ਸਿਰਫ ਵਿਆਜ ਦੇ ਰਹੇ ਆ। ਪੂਰੇ ਦੇਸ਼ ਦਾ ਜਿਹੜਾ ਕਿਸਾਨ ਹੈ 14.8 ਲੱਖ ਕਰੋੜ ਦੇ ਕਰਜ਼ੇ ਹੇਠ ਹੈ, ਜਿਹਦੇ ਵਿੱਚ ਪੰਜਾਬ ਜਿਹੜਾ ਹੈਗਾ ਮੋਢੀ ਹੈ ਕਰਜ਼ੇ ਦੇ ਵਿੱਚ। ਮਾਲਵੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆ ਉਹ ਕਰਜ਼ੇ ਦੇ ਵਿੱਚ ਨੇ। ਇਸ ਕਰਕੇ ਜਿਹੜਾ ਹੈਗਾ ਸਾਨੂੰ ਕਿਸਾਨਾਂ ਨੂੰ ਇਹਨਾਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਆ। ਪਾਰਟੀਆਂ ਜਿਹੜੀਆਂ ਨੇ ਉਹ ਸਾਰੀਆਂ ਜਿਹੜੀਆਂ ਕਾਰਪੋਰੇਟ ਪੱਖੀ ਨੇ ਤੇ ਉਹਨਾਂ ਦੇ ਹੱਕ ਦੇ ਵਿੱਚ ਕਾਨੂੰਨ ਲੈ ਕੇ ਆ ਰਹੇ। ਸੋ ਇੱਕ ਵਾਰੀ ਫਿਰ ਵਿੱਚ ਦਿਖਾ ਦਿਆਂ ਕਿ ਜਿਸ ਤਰ੍ਹਾਂ ਕਿਹਾ ਗਿਆ ਸੀ ਕਿ ਐਂਬੂਲੈਂਸ ਸੇਵਾਵਾਂ ਜਾਰੀ ਰਹਿਣਗੀਆਂ, ਜਿਹੜੀਆਂ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ, ਤਾਂ ਦਿਖਾਉਣਾ ਚਾਹਾਂਗਾ ਕਿ ਸੋਲਖੀਆਂ ਟੋਲ ਪਲਾਜ਼ੇ ਤੇ ਖੜੇ ਹਾਂ ਜਿੱਥੇ ਕਿਸਾਨਾਂ ਵੱਲੋਂ ਹੋਰ ਗੱਡੀਆਂ ਭਾਵੇਂ ਰੋਕੀਆਂ ਜਾ ਰਹੀਆਂ ਨੇ। ਹਾਲਾਂਕਿ ਸਮਰਥਨ ਹੀ ਸਾਰਿਆਂ ਵੱਲੋਂ ਦਿੱਤਾ ਗਿਆ, ਬਹੁਤੇ ਲੋਕੀ ਤਾਂ ਘਰਾਂ ਚੋਂ ਨਹੀਂ ਨਿਕਲੇ। ਇੱਕ ਐਂਬੂਲੈਂਸ ਜਾ ਚੁੱਕੀ ਹੈ ਤੇ ਇੱਕ ਐਂਬੂਲੈਂਸ ਹੋਰ ਪਿੱਛੋਂ ਆਈ ਹੈ ਜਿਹਨੂੰ ਕਿ ਬਕਾਇਦਾ ਰਸਤਾ ਛੱਡ ਦਿੱਤਾ ਗਿਆ। ਤੇ ਮੈਂ ਕਹਿਣਾ ਚਾਹਾਂਗਾ ਕਿ ਫੋਕਸ ਕਰਕੇ ਇੱਕ ਵਾਰ ਦਿਖਾ ਦਿਓ ਕਿ ਐਂਬੂਲੈਂਸ ਜਾ ਰਹੀ ਹੈ। ਬਿਲਕੁਲ ਪ੍ਰਾਇਓਰਟੀ ਦੇ ਆਧਾਰ ਦੇ ਉੱਤੇ ਪ੍ਰਾਇਓਰਟੀ ਦੇ ਕੇ ਜਿਹੜੀ ਐਮਰਜੈਂਸੀ ਸੇਵਾਵਾਂ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ। ਜੇ ਕੋਈ ਮਰੀਜ਼ ਵੀ ਹੁੰਦਾ ਕਿਸੇ ਪਰਸਨਲ ਗੱਡੀ ਦੇ ਵਿੱਚ ਵੀ ਉਹਨਾਂ ਨੂੰ ਵੀ ਲੰਘਣ ਦਿੱਤਾ ਜਾ ਰਿਹਾ। ਸੋ ਸਾਡੇ ਨਾਲ ਹੋਰ ਵੀ ਕਿਸਾਨੀ ਆਗੂ ਹੈਗੇ ਨੇ ਇੱਥੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਜਗਦੀਪ ਕੌਰ ਟੱਕੀ ਹੈ ਜੀ। ਕਿਵੇਂ ਦੇਖਦੇ ਹੋ ਕਿ ਅੱਜ ਜਿਹੜਾ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ, ਕਾਮਯਾਬ ਮੰਨਦੇ ਹੋ? ਹਾਂਜੀ, ਪੂਰਾ 100% ਕਾਮਯਾਬ ਮੰਨਦੇ। ਇਕੱਲਾ ਪੰਜਾਬ 'ਚ ਹੀ ਨਹੀਂ, ਹਰ ਪੂਰੇ ਭਾਰਤ ਵਿੱਚ ਬੰਦ ਹੋਇਆ ਹੈ। ਜਿਵੇਂ ਤੁਸੀਂ ਦੇਖਿਆ ਹਿਮਾਚਲ ਵਿੱਚ ਵੀ ਬੰਦ ਰਿਹਾ ਹੈ, ਦਿੱਲੀ ਵਿੱਚ ਵੀ ਬਿਲਕੁਲ ਬੰਦ ਰਿਹਾ ਹੈ। ਬਹੁਤ ਵੱਡਾ ਜਾਮ ਸੀਗਾ, ਮੈਂ ਨਿਊਜ਼ ਦੇਖ ਰਹੀ ਸੀਗੀ। ਬਹੁਤ ਵੱਡਾ ਮਤਲਬ ਇੰਡੀਆ 'ਚ ਤਾਂ ਦਿੱਤਾ ਹੀ ਦਿੱਤਾ ਸਮਰਥਨ ਹੈ, ਪਰ ਬਾਹਰਲੀਆਂ ਸਟੇਟਾਂ ਵਿੱਚ ਵੀ ਕੁਝ ਟਾਈਮ ਲਈ ਦਿੱਤਾ ਗਿਆ ਹੈ ਸਮਰਥਨ। ਤਾਂ ਦੇਖੋ ਲੋਕਾਂ ਨੂੰ, ਕਿਸਾਨਾਂ ਨੂੰ ਲੋਕ ਪਹਿਲਾਂ ਤੋਂ ਹੀ ਦਿੰਦੇ ਆ ਰਹੇ ਆ, ਬਾਹਰ ਤੋਂ ਸਮਰਥਨ ਮਿਲ ਰਿਹਾ, ਪੂਰੀ ਦੁਨੀਆ 'ਚ ਸਮਰਥਨ ਮਿਲ ਰਿਹਾ। ਅੱਜ ਦਾ ਹੁੰਗਾਰਾ ਵੀ ਬਹੁਤ ਵਧੀਆ ਹੁੰਗਾਰਾ, ਤੁਸੀਂ ਵੀ ਕਹਿ ਰਹੇ ਹੋ, ਅਸੀਂ ਵੀ ਦੇਖ ਰਹੇ ਹਾਂ ਕਿ ਇੱਕ ਵਧੀਆ ਭਰਮਾ ਹੁੰਗਾਰਾ ਮਿਲ ਰਿਹਾ। ਪਰ ਸਭ ਤੋਂ ਵੱਡਾ ਜਿਹੜਾ ਮੁੱਦਾ ਤਾਂ ਇਹੀ ਹੈ ਕਿ ਸਮਰਥਨ ਕੰਮ ਕਰੇਗਾ? ਇਹ ਲੋਕਾਂ ਦਾ ਜਿਹੜਾ ਦਬਾਅ ਇਹ ਸਰਕਾਰ ਦੇ ਉੱਤੇ ਬਣੇਗਾ? ਤੁਹਾਨੂੰ ਲੱਗਦਾ ਵੀ ਸਰਕਾਰ ਝੁਕਦੀ ਨਜ਼ਰ ਆ ਰਹੀ ਹੈ? ਜ਼ਰੂਰ ਬਣੂਗਾ ਜੀ। ਜਿਵੇਂ ਤੁਸੀਂ ਅੱਜ ਦੇਖਿਆ ਹੋਣਾ ਕਿ ਨਿਊਜ਼ ਵਿੱਚ ਆ ਰਿਹਾ ਸੀਗਾ ਕਿ ਤੋਮਰ ਨੇ ਇੱਕ ਬਿਆਨ ਦਿੱਤਾ ਹੈ ਕਿ ਇਹ ਕਿਸਾਨ ਆਗੂ ਮੇਰੇ ਨਾਲ ਆ ਕੇ ਮੀਟਿੰਗ ਕਰਾਂ। ਤਾਂ ਇਹ ਇੱਕ ਤਰ੍ਹਾਂ ਦਾ ਇੱਕ ਸਮਰਥਨ ਦਾ ਹੀ ਜ਼ੋਰ ਹੈ ਜਿਹੜਾ ਕਿ ਮੋਦੀ ਸਰਕਾਰ ਤੇ ਦਬਾਅ ਪਿਆ ਹੈ। ਹੋਰ ਜਲਦੀ ਜੇ ਵਾਹਿਗੁਰੂ ਨੇ ਚਾਹਿਆ ਤਾਂ ਇਹ ਕਾਨੂੰਨ ਜਲਦੀ ਤੋਂ ਜਲਦੀ ਰੱਦ ਹੋਣਗੇ ਤੇ ਆਮ ਸਾਰੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਆਉਣਗੇ। ਵਾਹਿਗੁਰੂ ਤਾਂ ਚਾਹੁੰਦਾ ਹੀ ਹੈ ਜੀ, ਕਹਿੰਦੇ ਮੋਦੀ ਨਹੀਂ ਮੰਨਦਾ। ਮੋਦੀ ਵੀ ਮੰਨੂਗਾ ਜੀ। ਮੋਦੀ ਦਾ ਤੁਸੀਂ ਜਿਵੇਂ ਦੇਖਿਆ ਹੀ ਅਮਰੀਕਾ ਵਿੱਚ ਵੀ ਉਹਦਾ ਕਿਆ ਹਾਲ ਹੋਇਆ ਹੈ। ਮੋਦੀ ਨੂੰ ਵੀ ਮੰਨਣਾ ਪੈਣਾ। ਚਲੋ ਇੱਕ ਅਸੀਂ ਸੋਚ ਰਹੇ ਕਿ ਅਸੀਂ ਇਹ ਦੇਖ ਰਹੇ ਕਿ ਉਹਨੂੰ ਇੱਕ ਕਾਰਪੋਰੇਟ ਘਰਾਣਿਆਂ ਤੋਂ ਕਹਿ ਰਹੇ ਕਾਰਪੋਰੇਟ ਘਰਾਣਿਆਂ ਕਰਕੇ ਕਰ ਰਿਹਾ ਹੈ। ਉਹਨੇ ਵੋਟਾਂ ਦੇ ਟਾਈਮ ਉਹਨਾਂ ਤੋਂ ਬਹੁਤ ਜ਼ਿਆਦਾ ਫੰਡ ਲੈ ਚੁੱਕਿਆ ਸੀਗਾ। ਸ਼ਾਇਦ ਉਹਨੇ ਕੋਈ ਉਹਨਾਂ ਦੇ ਕਿਸੇ ਫਾਈਲ ਤੇ ਸਾਈਨ ਕਰ ਦਿੱਤੇ ਹੋਣਗੇ ਕਿ ਮੈਂ ਇੰਡੀਆ ਦਾ ਜੋ ਵੀ ਹੈ ਮਤਲਬ ਕਿਸਾਨਾਂ ਦੀ ਰੋਜੀ ਰੋਟੀ ਜੋ ਵੀ ਮੈਂ ਤੁਹਾਨੂੰ ਦੇ ਦੂੰਗਾ, ਜਾਂ ਉਹਨਾਂ ਦੀਆਂ ਜ਼ਮੀਨਾਂ ਕਿਸੇ ਵੀ ਤਰ੍ਹਾਂ ਤੁਹਾਨੂੰ ਦੇ ਦੂੰਗਾ। ਕੋਈ ਇਵੇਂ ਦਾ ਸਮਝੌਤਾ ਹੋਇਆ ਹੋਊਗਾ। ਮੋਦੀ ਵੀ ਇੱਕ ਤਰ੍ਹਾਂ ਦਾ ਫਸ ਚੁੱਕਿਆ ਹੈ।
तो बिल्कुल इन्हों का कहना कि मोदी भी इस समय फसिया होया महसूस कर रहा। सो कोशिश करते हैं कि होर भी किसी आगुओं के नाल असीं गलबात कर सकीए, क्योंकि बहुत वड्डा जिथे इकट्ठ है उत्थे एक स्टेज भी लगी हुई है। सो कोशिश करते हैं कि होर जिहड़े किसान आगू है ने गलबात करिए। सत श्री अकाल जी, की ना तुहाडा? जी परविंदर सिंह अलीपुर, ਜ਼ਿਲ੍ਹਾ ਪ੍ਰਧਾਨ BKU ਚੜੂਨੀ पंजाब। ਤੇ ਕਿਵੇਂ ਦੇਖਦੇ ਹੋ ਕਿ ਅੱਜ ਜਿਹੜਾ ਇੱਕ ਵੱਡਾ ਇਕੱਠ ਇੱਥੇ ਹੋਇਆ ਹੈ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਵਿੱਚ ਵੱਖ-ਵੱਖ ਥਾਵਾਂ ਤੇ ਵੱਡੇ ਇਕੱਠ ਹੋਏ ਨੇ, ਲੱਗਦਾ ਸਰਕਾਰ ਤੇ ਹੁਣ ਦਬਾਅ ਬਣੇਗਾ? ਜੀ ਬਿਲਕੁਲ ਦਬਾਅ ਬਹੁਤ ਵੱਡੇ ਲੈਵਲ ਤੇ ਬਣਿਆ ਹੋਇਆ ਹੈ। ਬੀਜੇਪੀ ਸਰਕਾਰ ਦੀਆਂ ਜੜ੍ਹਾਂ ਹਿੱਲੀਆਂ। ਅੱਜ ਦਾ ਜੋ ਪ੍ਰਭਾਵ ਪਏਗਾ ਉਸ ਤੋਂ ਪਹਿਲੇ ਦੱਸਦਾ ਕਿ ਜੜ੍ਹਾਂ ਆਲਰੇਡੀ ਹਿੱਲੀਆਂ ਹੋਈਆਂ ਸੀ। ਮੋਦੀ ਸਾਹਿਬ ਅਮਰੀਕਾ ਗਏ, ਉਹਨਾਂ ਨੇ ਖੁਦ ਸੋਚਿਆ ਨਹੀਂ ਹੋਵੇਗਾ, ਇੰਟੈਲੀਜੈਂਸ ਨੇ ਉਹਨਾਂ ਨੂੰ ਖਬਰ ਨਹੀਂ ਸੀ ਦਿੱਤੀ ਕਿ ਇਸ ਲੈਵਲ ਤੱਕ ਉਹਨਾਂ ਦਾ ਵਿਰੋਧ ਹੋਵੇਗਾ। ਉਹਨਾਂ ਦੇ ਵਿਰੋਧ ਦੇ ਨਾਲ ਜਦੋਂ ਸਪੀਚ ਕਰ ਰਹੇ ਸੀ ਉਹਨਾਂ ਦੇ ਚਿਹਰੇ ਤੋਂ ਘਬਰਾਹਟ, ਕਿਸਾਨੀ ਸੰਘਰਸ਼ ਦੀ ਸਾਫ਼ ਦੇਖੀ ਜਾ ਸਕਦੀ ਸੀ। ਉੱਤੋਂ ਇਹ ਅੱਜ 27 ਸਤੰਬਰ ਦਾ ਜੋ ਬੰਦ ਸੀ, ਭਾਰਤ ਬੰਦ ਦੀ ਕਾਲ ਸੀ, ਉਹਦੇ ਨਾਲ ਬੀਜੇਪੀ ਬਿਲਕੁਲ ਹਿੱਲੀ ਹੋਏਗੀ। ਚੰਦ ਦਿਨਾਂ ਦੇ ਅੰਦਰ ਤੁਹਾਨੂੰ ਇਹਦੇ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ। ਜਿੱਥੋਂ ਤੱਕ ਤੁਸੀਂ ਦੇਖ ਰਹੇ ਹੋ ਕਿ ਉਹ ਮੈਸੇਜ ਆਇਆ ਵੀ ਹੈ ਕਿ ਅਸੀਂ ਕਿਸਾਨਾਂ ਨੂੰ ਕਾਲ ਦੇ ਰਹੇ ਹਾਂ ਪਰ ਕਿਸਾਨ ਨਹੀਂ ਆ ਰਹੇ। ਪਰ ਮੈਂ ਦੱਸਣਾ ਚਾਹੁੰਦਾ ਕਿ ਇੱਕ ਕਾਲ ਤੇ ਦੂਰ ਉਹ ਮੋਦੀ ਸਾਹਿਬ ਨੇ ਮਿਲਾਉਣੀ ਸੀ, ਕਿਸਾਨਾਂ ਨੇ ਨਹੀਂ ਸੀ ਮਿਲਾਉਣੀ। 750 ਤੋਂ ਵੱਧ ਭਰਾ ਸ਼ਹੀਦ ਹੋ ਗਏ ਸੀ। ਮੋਦੀ ਸਾਹਿਬ ਤੁਹਾਤੋਂ ਇੱਕ ਲਫ਼ਜ਼ ਨਾ ਬੋਲਿਆ ਗਿਆ। ਤੁਸੀਂ ਅਮਰੀਕਾ ਦੇ ਟੂਰਾਂ ਤੇ ਹੋ, ਤੁਸੀਂ ਅਡਾਨੀਆਂ ਬਾਨੀਆਂ ਦੇ ਕੁੱਤਿਆਂ ਤੱਕ ਦੇ ਤਾਂ ਖਬਰਾਂ ਲੈਂਦੇ ਹੋ ਤੇ 750 ਭਰਾਵਾਂ ਦੀ ਕੋਈ ਤੁਸੀਂ ਕਦਰ ਨਾ ਪਾਈ। ਸੋ ਇਹ ਹਿੱਲੀਆਂ ਹੋਈਆਂ ਨੇ ਸਰਕਾਰਾਂ ਬਿਲਕੁਲ। ਪੰਜਾਬ 'ਚ ਵੀ ਤੁਸੀਂ ਦੇਖੋ ਚਿਹਰੇ ਬਦਲੇ ਗਏ ਆ, ਚਿਹਰਿਆਂ ਨਾਲ ਬਦਲੇ ਕੁਛ ਨਹੀਂ ਹੋਣਾ। ਨੀਤੀਆਂ ਬਦਲਣੀਆਂ ਪੈਣੀਆਂ, ਗਰਾਊਂਡ ਲੈਵਲ ਤੇ ਵਰਕ ਕਰਨਾ ਪਊਗਾ। ਕਿਤੇ ਨਾ ਕਿਤੇ ਇਹ ਪਾਰਟੀਆਂ, ਚਾਹੇ ਸਟੇਟ ਗਵਰਨਮੈਂਟ ਹੈ ਚਾਹੇ ਸੈਂਟਰ ਗਵਰਨਮੈਂਟ ਹੈ, ਇਹ ਹਿੱਲੀਆਂ ਹੋਈਆਂ ਨੇ। ਇਸ ਟਾਈਮ ਇਹਨਾਂ ਦੇ ਹਾਲਾਤ ਇਸ ਕਦਰ ਹੋ ਗਏ ਨੇ ਕਿ ਜੋ ਕੁਐਸਚਨ ਇਹਨਾਂ ਨੂੰ 70 ਸਾਲਾਂ 'ਚ ਨਹੀਂ ਪੁੱਛੇ ਗਏ, ਮੇਰੇ ਦੋਸਤ 70 ਸਾਲ ਇਹਨਾਂ ਨੇ ਆਪਣੀ ਮਰਜ਼ੀ ਨਾਲ ਲੁੱਟਿਆ। ਪਰ ਅੱਜ ਦਾ ਆਵਾਮ ਜੋ ਆਪਣੀ ਮਰਜ਼ੀ ਨਾਲ ਕੁਐਸਚਨ ਪੁੱਛ ਰਹੇ ਨਾ, ਲੋਕਾਂ ਕੋਲ ਉਹਦੇ ਕੁਐਸਚਨ ਆਨਸਰ ਨਹੀਂ ਹੈਗੇ। ਸੋ ਬਿਲਕੁਲ ਬੜੇ ਚੰਦ ਦਿਨਾਂ ਦੇ ਅੰਦਰ ਕੋਈ ਚੰਗੀ ਖਬਰ ਸੁਣਨ ਨੂੰ ਮਿਲੂਗੀ, ਕਿਉਂਕਿ ਬੀਜੇਪੀ ਸਰਕਾਰ ਇਸ ਟਾਈਮ ਬਹੁਤ ਜ਼ਿਆਦਾ ਮਾੜੇ ਹਾਲਾਤਾਂ 'ਚ ਨੇ। ਤੁਸੀਂ ਦੇਖੋ ਯੂਪੀ ਹੋਵੇ, ਪੰਜਾਬ ਹੋਵੇ, ਉੱਤਰਾਖੰਡ ਹੋਵੇ, ਇਹਨਾਂ ਦਾ ਵਿਰੋਧ ਲਗਾਤਾਰ ਵੱਧ ਰਿਹਾ ਹੈ। ਤੁਸੀਂ ਕਹਿ ਰਹੇ ਕਿ ਵਿਰੋਧ ਵੱਧ ਰਿਹਾ ਹੈ ਤੇ ਜਦੋਂ ਬੀਜੇਪੀ ਆਗੂਆਂ ਦੇ ਨਾਲ ਗੱਲਬਾਤ ਹੁੰਦੀ ਹੈ ਉਹ ਤਾਂ ਇਸ ਤਰ੍ਹਾਂ ਦਿਖਾਉਂਦੇ ਕਿ ਅਸੀਂ ਤਾਂ ਪੰਜਾਬ ਦੇ ਵਿੱਚ ਇਸ ਵਾਰੀ ਸਰਕਾਰ ਬਣਾ ਕੇ ਹੀ ਹਟਾਂਗੇ। ਪੰਜਾਬ 'ਚ ਬੀਜੇਪੀ ਦਾ ਲੀਡਰ ਹੈ ਕੌਣ ਹੈ? ਇੱਕ ਸੀ ਜਿਹਦਾ ਕੱਛਾ ਪਾਟਿਆ ਸੀ, ਉਹਨੂੰ ਜਾਣਨ ਲੱਗੇ ਨੇ ਪੰਜਾਬ 'ਚ, ਹੋਰ ਕੋਈ ਜਾਣਦੇ ਨਹੀਂ ਆਪਾਂ ਲੋਕ। ਹੁਣ ਆਵਾਜ਼ ਉੱਠੀ ਹੈ ਕਿ ਇੱਕ ਸਿੱਖ ਚਿਹਰਾ ਆ ਰਿਹਾ ਬਹੁਤ ਪੰਜਾਬ ਦੇ ਵਿੱਚ ਅੱਜ ਦੇ ਟਾਈਮ ਵੱਡਾ ਕੁਐਸਚਨ ਹੈ। ਉਹ ਸਿੱਖ ਚਿਹਰੇ ਨੂੰ ਲੋਕੀ ਭਲੀ ਪਾਣ ਤੇ ਜਾਣਦੇ ਨੇ, ਗੁਟਕਾ ਸਾਹਿਬ ਦੀਆਂ ਸੌਹਾਂ ਖਾ ਗਏ ਨੇ। ਸੋ ਇਹਨਾਂ ਦੇ ਜਿਹੜੇ ਨੀਤੀਆਂ ਨੇ ਇਹਨਾਂ ਦੇ ਵਿੱਚ ਪੰਜਾਬ ਦੀ ਆਵਾਮ, ਜਾਂ ਮੈਂ ਤਾਂ ਸਿੱਧਾ ਕਹਿੰਦਾ ਕਿ ਪੂਰੇ ਭਾਰਤ ਦੀ ਆਵਾਮ ਨਸਲ ਔਰ ਫਸਲ ਦੀ ਜੋ ਬੰਦਾ ਲੜਾਈ ਲੜ ਰਿਹਾ ਅੱਜ, ਨਾ ਤਾਂ ਅਸੀਂ ਧਰਮਾਂ ਦੇ ਨਾਂ ਤੇ ਲੜਨਾ, ਨਾ ਅਸੀਂ ਪਾਣੀਆਂ ਤੇ ਲੜਨਾ। ਅੱਜ ਅਸੀਂ ਆਵਾਮ ਹਿੰਦੂ, ਮੁਸਲਿਮ, ਸਿੱਖ, ਈਸਾਈ ਇੱਕ ਜਗ੍ਹਾ ਲੰਗਰ ਛਕਦੇ ਹਾਂ। ਉਰੇ ਅਸੀਂ ਰਾਤ ਨੂੰ ਨਾਈਟਾਂ ਵੀ ਲਾਉਂਦੇ ਹਾਂ, ਦਿੱਲੀ ਵੀ ਅਸੀਂ ਬੈਠੇ ਹਾਂ। ਸਾਡੇ 'ਚ ਕੋਈ ਫਰਕ ਨਹੀਂ। ਇਹਨਾਂ ਲੀਡਰਾਂ ਨੂੰ ਇਹੀ ਹਜਮ ਨਹੀਂ ਹੋ ਰਿਹਾ ਕਿ ਅੱਜ ਲੜਾਈਏ ਤਾਂ ਕਿਹੜੇ ਮੁੱਦੇ ਤੇ ਲੜਾਈਏ, ਕਿਉਂਕਿ ਅਸੀਂ ਮੁੱਦਿਆਂ ਨੂੰ ਖਤਮ ਕਰਕੇ ਨਸਲ ਔਰ ਫਸਲ ਦੀ ਲੜਾਈ ਲੜ ਰਹੇ ਹਾਂ। ਜੇ ਸਿੱਖ ਚਿਹਰੇ ਨੂੰ ਇਹ ਬਣਾ ਦਿੰਦੇ, ਤੁਹਾਨੂੰ ਕੀ ਲੱਗਦਾ ਵੀ ਸਾਰੇ ਦਾਗ ਫਿਰ ਪਿੱਛੇ ਧੋਤੇ ਜਾਣਗੇ, ਜਾਂ ਤੁਸੀਂ ਜਿਹੜਾ ਸਿੱਖ ਇਹਨਾਂ ਦੇ ਨਾਲ ਰਲੂਗਾ ਉਹਨੂੰ ਵੀ ਸਿੱਖ ਮੰਨੋਗੇ? ਬਿਲਕੁਲ ਜੀ। ਪਹਿਲੀ ਗੱਲ ਤਾਂ ਜੋ ਸਿੱਖ ਹੋਊਗਾ ਇਹਨਾਂ ਨਾਲ ਰਲੂਗਾ ਹੀ ਨਹੀਂ। ਹੁਣ ਸਿੱਖ ਕੌਣ ਹੋਊਗਾ? ਕਾਲੋ ਸਾਹਿਬ ਦਾ ਬੜਾ ਛੋਟਾ ਜਿਹਾ ਫਿਊਚਰ ਪਾਸਟ ਹੈਗਾ ਕਿ ਉਹ ਸਭ ਤੋਂ ਪਹਿਲੇ ਸਟੂਡੈਂਟ ਯੂਨੀਅਨ ਦੇ ਆਗੂ ਹੁੰਦੇ ਸੀ, ਫਿਰ ਉਹ ਬਾਦਲਾਂ 'ਚ ਗਏ ਆ। ਬਾਦਲਾਂ 'ਚ ਜਦੋਂ ਬੁਰਕੀ ਨਹੀਂ ਮਿਲੀ ਤਾਂ ਬੀਜੇਪੀ ਦੇ ਲੱਗੇ ਬੋਲਣ। ਕਾਲੋ ਸਾਹਿਬ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹਨਾਂ ਦੇ ਸਿਰ ਤੇ ਤਾਜ ਹੈ, ਇਹ ਪੱਗ ਨਹੀਂ, ਇਹ ਤਾਜ ਹੈ। ਇਹਨੂੰ ਪੂਰੀ ਦੁਨੀਆ ਦੇ ਵਿੱਚ ਸਨਮਾਨ ਮਿਲਦਾ ਹੈ, ਪਰ ਕਾਲੋ ਸਾਹਿਬ ਨੇ ਕਿਤੇ ਨਾ ਕਿਤੇ ਇਸ ਪਗੜੀ ਨੂੰ ਸਾਡੀ ਨੂੰ ਕਲੰਕ ਲਗਵਾ ਕੇ ਦਿੱਤਾ ਹੈ। ਇਹ ਆਪਣੀਆਂ ਵਜ਼ਾਰਤਾਂ ਦੇ ਲਈ ਇਸ ਪੱਗ ਨੂੰ ਵੀ ਖੇਡ ਸਮਝਦੇ ਨੇ। ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੀਡਰਾਂ ਨੂੰ। ਜਿੱਥੋਂ ਤੱਕ ਮੈਨੂੰ ਉਮੀਦ ਹੈ ਕਿ ਇਹਨਾਂ ਨੂੰ ਚੰਗਾ ਜਿਹੜਾ ਸਾਬਤ ਸੂਰਤ ਸਿੱਖ ਹੋਏਗਾ ਨਹੀਂ ਮਿਲੇਗਾ। ਅੱਜ ਦਾ ਜਿਹੜਾ ਇਹ ਸਾਰਾ ਪ੍ਰੋਗਰਾਮ ਉਹ ਲਿਖਿਆ ਗਿਆ ਸੀ, ਜਿਹੜਾ ਕਾਮਯਾਬੀ ਹੁੰਦਾ ਨਜ਼ਰ ਆ ਰਿਹਾ, ਤੁਹਾਨੂੰ ਲੱਗਦਾ ਵੀ ਅੱਜ ਨਾਲ ਹੀ ਪ੍ਰਭਾਵ ਪੈ ਜਾਏਗਾ ਜਾਂ ਚੂੜੀ ਹੋਰ ਕੱਸਣੀ ਪਏਗੀ? ਇਸ ਤੋਂ ਹੋਰ ਵੀ ਸਖਤ ਪ੍ਰੋਗਰਾਮ ਜਿਹੜੇ ਨਾਲ ਦੀ ਨਾਲ ਦੇਣੇ ਪੈਣਗੇ ਤਾਂ ਕਿ ਸਰਕਾਰ ਪਹਿਲਾਂ ਵਾਂਗ ਲਾਈਨ ਤੇ ਆਵੇ ਤੇ ਆਪਣੀ ਮੀਟਿੰਗ ਤੇ ਮੀਟਿੰਗ ਫਿਰ ਕੁਝ ਸਿਲਸਿਲਾ ਸ਼ੁਰੂ ਹੋਵੇ ਤਾਂ ਕਿ ਕੁਝ ਹੱਲ ਨਿਕਲੇ। ਜੀ ਬਿਲਕੁਲ। ਸਾਡੀ ਅਗਰ ਮੈਂ ਆਪਣੀ ਜਥੇਬੰਦੀ ਦੀ ਗੱਲ ਕਰਾਂ, ਭਾਰਤੀ ਕਿਸਾਨ ਯੂਨੀਅਨ ਚੜੂਨੀ ਤੋਂ ਮੈਂ ਰਿਪਰੈਜ਼ੈਂਟ ਕਰਦਾ। ਸਾਡੇ ਪ੍ਰਧਾਨ ਸਾਹਿਬ ਨੇ ਪਿਛਲੇ ਕੁਝ ਦਿਨਾਂ 'ਚ ਇੱਕ ਬਿਆਨ ਪੁੱਛਿਆ ਸੀ ਆਵਾਮ ਤੋਂ, ਲੋਕਾਂ ਤੋਂ, ਕਿ ਤੁਸੀਂ ਇਹਦੇ ਤੇ ਦੱਸੋ ਕਿ ਕੀ ਵਿਚਾਰ ਨੇ ਤੁਹਾਡੇ ਕਿ ਮੋਦੀ ਸਾਹਿਬ ਦੀ ਰਹਿਸ਼ ਨੂੰ ਘੇਰਨਾ ਚਾਹੀਦਾ। ਸੋ
ਅਗਰ ਕੋਈ ਐਵੇਂ ਦੀ ਕਰੜੀ ਕਾਲ ਆਉਂਦੀ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ, ਕਿ ਚੜੂਨੀ ਸਾਹਿਬ ਨੇ ਵੀ ਕਿਹਾ ਸੀ ਕਿ ਇਸ ਕਾਲ ਨੂੰ ਮੈਂ ਐਸਕੇਐਮ ਦੀ ਮੀਟਿੰਗ ਦੇ ਵਿੱਚ ਰੱਖਾਂਗਾ, ਅਗਰ ਇਹ ਪਾਸ ਹੁੰਦੀ ਹੈ ਜਾਂ ਉਵੇਂ ਦੀ ਕੋਈ ਤਗੜੀ ਕਾਲ ਦਿੱਤੀ ਜਾਂਦੀ ਹੈ ਤਾਂ ਅਸੀਂ ਉਹਨੂੰ ਸਿਰ ਮੱਥੇ ਲਵਾਂਗੇ। ਵੱਧ ਤੋਂ ਵੱਧ ਜਥੇ ਜ਼ਿਲ੍ਹਾ ਰੋਪੜ ਤੋਂ ਲੈ ਕੇ ਜਾਵਾਂਗੇ। ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਜਿੱਥੋਂ ਤੱਕ ਸਾਨੂੰ ਆਵਾਜ਼ ਚੁੱਕਣੀ ਪਈ ਅਸੀਂ ਜ਼ਰੂਰ ਚੱਕਾਂਗੇ। ਜਦੋਂ ਕਾਲਾਂ ਤਗੜੀਆਂ ਹੁੰਦੀਆਂ ਫਿਰ ਕੁਰਬਾਨੀਆਂ ਵੀ ਤਗੜੀਆਂ ਕਰਨੀਆਂ ਪੈਂਦੀਆਂ। ਤੁਹਾਨੂੰ ਲੱਗਦਾ ਵੀ ਹੁਣ ਤਿਆਰ ਆ ਕਿਸਾਨ ਸਾਰੇ? ਸਾਰੇ ਉਹ ਪੰਜਾਬ ਹੈ ਜਿਹੜਾ 84 'ਚ ਵੀ ਕੁਰਬਾਨੀਆਂ ਦਿੱਤੀਆਂ, ਅਸੀਂ 20 'ਚ ਵੀ ਕੁਰਬਾਨੀਆਂ ਦੇ ਰਹੇ ਹਾਂ, 84 ਤੋਂ ਪਹਿਲੇ ਵੀ ਕੁਰਬਾਨੀਆਂ ਦਿੱਤੀਆਂ ਸੀ। ਇਸ ਸੰਘਰਸ਼ ਦੇ ਦੌਰਾਨ ਵੀ ਅਸੀਂ 700 ਤੋਂ ਵੱਧ ਭਰਾ ਸ਼ਹੀਦ ਕਰਵਾਏ ਆ। ਇਹ ਬੀਜੇਪੀ ਸਰਕਾਰ ਜਾਂ ਇਹ ਸੈਂਟਰ ਸਰਕਾਰਾਂ ਸਾਨੂੰ ਕੀ ਪੁੱਛਣਾ ਚਾਹੁੰਦੀਆਂ, ਕਿਹੜੀ ਕੁਰਬਾਨੀ ਸਾਨੂੰ ਸਮਝਾਉਣਾ ਚਾਹੁੰਦੀਆਂ? ਇਹ ਕਿਸਾਨ ਸੱਪਾਂ ਦੀਆਂ ਸਿਰੀਆਂ ਤੇ ਰਾਤਾਂ ਨੂੰ ਖੇਤੀ ਕਰਨ ਵਾਲੇ ਜਾਂ ਲਾਸ਼ਾਂ ਕਿਹਨਾਂ ਦੇ ਘਰਾਂ 'ਚ ਆਉਂਦੀਆਂ? ਬਾਰਡਰਾਂ ਤੇ ਪੂਰੇ ਹੁੰਦੇ ਸਾਡੇ ਭਾਈ ਹੁੰਦੇ ਆ, ਸਾਡੇ ਹੀ ਪਿੰਡਾਂ 'ਚ ਲਾਸ਼ਾਂ ਆਉਂਦੀਆਂ ਨੇ। ਅਸੀਂ ਅੱਜ ਤੱਕ ਡਗਮਗਾਏ ਨਹੀਂ, ਕਿਉਂਕਿ ਅਸੀਂ ਹਰੀ ਸਿੰਘ ਨਲੂਆ ਵਰਗੇ ਯੋਧਿਆਂ ਦੇ ਵਾਰਿਸ ਹਾਂ, ਅਸੀਂ ਬੰਦਾ ਸਿੰਘ ਬਹਾਦਰ ਦੇ ਵਾਰਿਸ ਹਾਂ। ਅਸੀਂ ਇਹਨਾਂ ਸੰਘਰਸ਼ਾਂ ਤੋਂ ਡਰਨ ਵਾਲੇ ਨਹੀਂ। ਅਗਰ ਸ਼ਹੀਦੀਆਂ ਵੀ ਦੇਣੀਆਂ ਪਈਆਂ, ਕਿਉਂਕਿ ਸੰਘਰਸ਼ ਦੇ ਵਿੱਚ ਸਭ ਤੋਂ ਵੱਡੀ ਕੀ ਆ? ਸ਼ਹੀਦੀ। ਆਪਾਂ ਸ਼ਹੀਦੀਆਂ ਤੋਂ ਡਰਨ ਵਾਲੇ ਨਹੀਂ। ਇੱਕ ਨੂੰ ਛੱਡੋ, ਇੱਕ ਮੰਗਣਗੇ ਤਾਂ 100 ਆਉਣਗੇ, 100 ਨੂੰ ਮੰਗਣਗੇ ਤਾਂ 1000 ਆਉਣਗੇ। ਇਹ ਸੰਘਰਸ਼ ਜਿੱਤਣਾ, ਜਿੱਤਾਂਗੇ, ਜਿੱਤ ਕੇ ਰਹਾਂਗੇ। ਸੋ ਬਿਲਕੁਲ ਜੀ, ਇਹਨਾਂ ਦਾ ਕਹਿਣਾ ਕਿ ਭਾਵੇਂ ਕਿੰਨੀਆਂ ਹੀ ਸ਼ਹੀਦੀਆਂ ਦੇਣੀਆਂ ਪੈਣ, ਕੁਝ ਵੀ ਕਰਨਾ ਪਵੇ, ਪਰ ਸੰਘਰਸ਼ ਦੀ ਜਿਹੜੀ ਗੱਲ ਜਦੋਂ ਆ ਜਾਂਦੀ ਹੈ ਤਾਂ ਸੰਘਰਸ਼ ਜਿੱਤ ਕੇ ਉੱਠਾਂਗੇ। ਮੋਦੀ ਸਰਕਾਰ ਨੂੰ ਝੁਕਣਾ ਹੀ ਪਵੇਗਾ, ਦੂਸਰਾ ਕੋਈ ਹੱਲ ਨਹੀਂ। ਭਾਵੇਂ ਕਿਸਾਨਾਂ ਵੱਲੋਂ ਕਿਹਾ ਜਾਂਦਾ ਕਿ ਸਰਕਾਰ ਦੇ ਧੌਣ ਦੇ ਵਿੱਚ ਵੀ ਇੱਕ ਕਿੱਲਾ ਫਸਿਆ ਹੋਇਆ, ਪਰ ਦੂਜੇ ਪਾਸੇ ਜੇ ਕਿਸਾਨ ਨੇ ਉਹ ਵੀ ਬਜਿੱਦ ਨੇ ਇਸ ਗੱਲ ਦੇ ਉੱਤੇ ਕਿ ਕਾਨੂੰਨ ਜੇਕਰ ਰੱਦ ਹੋਣਗੇ ਤਾਂ ਹੀ ਉੱਠਾਂਗੇ। ਸੋ ਬਿਲਕੁਲ ਕੁਝ ਕੁ ਪਲ ਹੀ ਰਹਿ ਗਏ ਨੇ, ਤਕਰੀਬਨ 10 ਮਿੰਟ ਦਾ ਜਿਹੜਾ ਸਮਾਂ ਹੈਗਾ ਉਹ 4 ਵਜਣ ਨੂੰ ਬਾਕੀ ਹੈ। ਸੋ 6 ਵਜੇ ਤੋਂ ਸਵੇਰ ਤੋਂ ਇਹ ਜਿਹੜਾ ਧਰਨਾ ਸੀਗਾ ਇਹ ਆਰੰਭ ਹੋਇਆ ਸੀ। ਹੋਰ ਵੀ ਇੱਥੇ ਅਸੀਂ ਬਜ਼ੁਰਗ ਸਾਡੇ ਨਾਲ ਹੈਗੇ ਨੇ, ਗੱਲਬਾਤ ਇਹਨਾਂ ਨਾਲ ਵੀ ਕਰ ਲੈਂਦੇ ਆ। ਕਿਵੇਂ ਦੇਖਦੇ ਹੋ ਕਿ ਅੱਜ ਜਿਹੜਾ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ ਸਕਸੈਸਫੁਲ, ਕਾਮਯਾਬ ਹੁੰਦਾ ਦਿਸਦਾ? ਫੁੱਲ ਕਾਮਯਾਬ ਹੈ ਜੀ, ਕੋਈ ਕਮੀ ਨਹੀਂ। ਸਾਡਾ ਪਿੰਡ ਬਿੰਦਰਖ ਹੈ, ਕਿਸੇ ਵੀ ਧਰਨੇ ਦੇ ਦਿੱਲੀ 'ਚ ਵੀ ਅਸੀਂ ਜਾ ਕੇ ਲੰਗਰ ਲਾਉਂਦੇ, ਇੱਥੇ ਵੀ ਲੰਗਰ ਲੈ ਕੇ ਆਏ ਹਾਂ, ਪਰ ਡੋਲਰ ਨਹੀਂ ਦਊਂਗੇ ਕਿਸੇ ਵੀ, ਚਾਹੇ 24 ਤੱਕ ਲਾਉਣਾ ਪਵੇ। ਇਹਨੂੰ ਆਏ ਹੋਊਗਾ ਵੀ ਕਿਸਾਨਾਂ ਕੋਲ ਪੈਸੇ ਮੁੱਕ ਜਾਣਗੇ, ਭੱਜ ਜਾਣਗੇ, ਬਿਲਕੁਲ ਨਹੀਂ ਭੱਜਣਗੇ। ਫਿਰ ਤਾਂ ਤੁਹਾਨੂੰ ਇਹ ਕਹਿਣਗੇ ਵੀ ਇਹਨਾਂ ਨੂੰ ਫੰਡਿੰਗ ਆਉਂਦੀ ਹੈ, ਇਹ ਖਾਲਿਸਤਾਨੀ ਆ, ਇਹ ਅੱਤਵਾਦੀ ਆ। ਆਪਣੀ ਕਮਾਈ 'ਚੋਂ ਲਾ ਰਹੇ ਹਾਂ, ਕੋਈ ਫੰਡਿੰਗ ਨਹੀਂ, ਸਾਨੂੰ ਕਿਸੇ ਤਰ੍ਹਾਂ ਦੀ ਫੰਡਿੰਗ ਨਹੀਂ, ਆਪਣੀ ਕਮਾਈ 'ਚੋਂ ਅਸੀਂ ਲਾ ਰਹੇ ਹਾਂ ਸਭ ਕੁਝ। ਕਿਸੇ ਚੀਜ਼ ਦਾ ਸਾਨੂੰ ਕੋਈ ਬਾਹਰ ਤੇ ਫੰਡਿੰਗ ਨਹੀਂ ਆਉਂਦੀ, ਨਾ ਅਸੀਂ ਲੈਂਦੇ ਹਾਂ। ਲੇਕਿਨ ਆਪਣੀ ਇੱਜ਼ਤ ਬਾਰੇ ਸਭ ਖਤਮ ਹੋ ਜੂਗੇ ਜੇ ਇਹ ਕਾਨੂੰਨ ਲਾਗੂ ਹੋ ਗਏ। ਬਾਬਾ ਜੀ, ਜਿਹੜੇ ਲੋਕ ਸਮਰਥਨ ਕਰਦੇ ਆ ਕਿਸਾਨੀ ਦਾ, ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਪਿਛਲੇ ਦਿਨਾਂ ਵਿੱਚ, ਤੁਸੀਂ ਕਹਿੰਦੇ ਹੋ ਕਿ ਅਸੀਂ 2024 ਤੱਕ ਵੀ ਲੰਗਰ ਚਲਾ ਦਾਂਗੇ, ਸਾਨੂੰ ਕਿਸੇ ਫੰਡਿੰਗ ਦੀ ਲੋੜ ਨਹੀਂ, ਉਹਨਾਂ ਲੋਕਾਂ ਦੇ ਉੱਤੇ ਕੋਈ ਈਡੀ ਦੇ ਛਾਪੇ, ਕਦੇ ਕਿਸੇ ਮਹਿਕਮੇ 'ਚ ਛਾਪਾ, ਕਦੇ ਕਿਸੇ ਮਹਿਕਮੇ 'ਚ ਛਾਪਾ, ਇਨਕਮ ਟੈਕਸ ਦੇ ਛਾਪੇ, ਤਿਆਰ ਹੋ ਫਿਰ ਜੇ ਇਸ ਬਿਆਨ ਦੇ ਉੱਤੇ ਛਾਪੇ ਪੈ ਗਏ? ਮੇਰੀ ਗੱਲ ਸੁਣੋ, ਸਾਨੂੰ ਕਿਸੇ ਛਾਪੇ ਦੀ ਡਰ ਨਹੀਂ ਪੈ, ਜਾਂ ਅਸੀਂ ਕਾਗਜ਼ ਵਰਗੇ ਕੋਰੇ ਬੰਦੇ ਆ। ਇਹ ਉਹਨਾਂ ਨੂੰ ਡਰ ਹੋਊਗਾ ਜਿਹੜੇ ਮਤਲਬ ਚੋਰ ਟਕੈਤ ਹੈ। ਅਸੀਂ ਕਿਸਾਨ ਹੈ, ਅਸੀਂ ਪਿੱਛੇ ਨਹੀਂ ਹਟਾਂਗੇ 24 ਤੱਕ ਵੀ। ਸਾਨੂੰ ਬੇਸ਼ੱਕ ਕੁਰਬਾਨੀਆਂ ਦੇਣੀਆਂ ਪਵੇਂ, ਸਾਡਾ ਗਰੀਬ ਤਬਕਾ ਭੁੱਖਾ ਮਰ ਜਾਊਗਾ ਇੱਕਦਮ। ਇਹਨਾਂ ਨੇ ਸਭ ਕੁਝ ਵੇਚਤਾ, ਤੁਹਾਨੂੰ ਪੱਤਰਕਾਰਾਂ ਨੂੰ ਵੀ ਸਭ ਕੁਝ ਪਤਾ, ਕਿਹੜੀ ਪ੍ਰੈਸ ਨੂੰ ਨਹੀਂ ਪਤਾ ਵੀ ਇਹ ਕਿਆ ਕਰ ਰਹੇ। ਇਹਨਾਂ ਨੇ ਛੱਡਿਆ ਹੀ ਕੱਖ ਨਹੀਂ, ਹਾਰ ਕੇ ਸਾਨੂੰ ਸਟੈਂਪ ਚੱਕਣਾ ਪਿਆ ਹੈ, ਕੋਈ ਛੱਡਿਆ ਹੀ ਨਹੀਂ ਨਾ। ਬਾਕੀ ਜੇ ਡਰਾਉਂਦੇ ਹੋ ਮੈਂ ਈਡੀ ਦੇ ਛਾਪੇ, ਫਲਾਣੇ ਦੇ ਛਾਪੇ, ਅਸੀਂ ਡਰਨ ਵਾਲੇ ਨਹੀਂ ਹੈ, ਨਾ ਡਰ ਕੇ ਘਰਾਂ ਬੈਠਾਂਗੇ, ਪੀਸਫੁਲ ਰਵਾਂਗੇ, ਪੀਸਫੁਲ ਹੈ, ਠੀਕ ਹੈ। ਆਪਣੀ ਮਤਲਬ ਜਿੰਨਾ ਸਾਡੇ ਸੰਘਰਸ਼ ਵਾਲੇ ਆ ਉਹਨਾਂ ਨੂੰ ਭੁੱਖੇ ਨਹੀਂ ਮਰਨ ਦਿੰਦੇ, ਸਭ ਕੁਝ ਇਹਨਾਂ ਨੂੰ ਹਾਜ਼ਰ ਕਰਾਂਗੇ। ਉਹ ਤਾਂ ਪਹਿਲੇ ਹੀ ਕਹਿੰਦੇ ਆ। ਹਾਂਜੀ, ਪੰਜਾਬ ਦਾ ਕੁਝ ਮੀਡੀਆ ਇਦਾਂ ਦਾ ਵੀ ਹੈਗਾ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਨਹੀਂ ਗੱਲ ਕਰਦਾ, ਤਾਂ ਉਹ ਕਹਿੰਦੇ ਆ ਕਿ ਇਹ ਤਾਂ ਇਹ ਗਰੀਬ ਕਿਸਾਨ ਤਾਂ ਹੈ ਹੀ ਨਹੀਂ, ਇਹਨਾਂ ਕੋਲ ਤਾਂ ਮਹਿੰਗੇ ਫੋਨ ਆ, ਮਹਿੰਗੀਆਂ ਗੱਡੀਆਂ, ਤੇ ਇਹ ਤਾਂ ਵੱਡੇ ਵੱਡੇ ਐਲਾਨ ਕਰਦੇ ਆ ਕਿ ਅਸੀਂ 2024 ਤੱਕ ਉੱਥੇ ਰਾਸ਼ਨ ਨਹੀਂ ਮੁੱਕਣ ਦੇਵਾਂਗੇ। ਵੀ ਇਹਨਾਂ ਨੂੰ ਲੋੜ ਕੀ ਆ ਕਿਸੇ ਚੀਜ਼ ਦੀ? ਤੁਸੀਂ ਐਂ ਦੱਸੋ ਜੀ, ਜਦ ਅਸੀਂ ਵਿਦੇਸ਼ਾਂ 'ਚ ਢਿੱਡ ਭਰਦੇ, ਤੁਹਾਨੂੰ ਪਤਾ ਨਹੀਂ ਕੌਣ ਢਿੱਡ ਭਰਦਾ? ਕਿਸਾਨ। ਕੀ ਗੱਲ ਆਪਣੇ ਨਹੀਂ ਸੀ ਭਰ ਸਕਦੇ? ਸਾਡੇ ਨਾਲ ਗੱਲ ਤਾਂ ਕਰਿਆ ਕੋਈ ਮੰਤਰੀ ਆ ਕੇ। ਅਸੀਂ ਕੋਈ ਡਕੈਤ ਨਹੀਂ, ਕੋਈ ਚੋਰ ਨਹੀਂ, ਅਸੀਂ ਅੱਜ ਤੱਕ ਕਿਸਾਨਾਂ ਨੇ ਸਭ ਦੁਨੀਆ ਦਾ ਢਿੱਡ ਭਰਿਆ। ਭੁੱਖਮਾਰੀ ਦੂਰ ਕਿਹਨਾਂ ਕਰੀ? ਕਿਸਾਨਾਂ ਨੇ। ਇਹ ਸਾਨੂੰ ਕਿਹੜੇ ਦਬਕੇ ਦਿੰਦੇ ਵੀ ਈਡੀ ਦੇ ਛਾਪੇ ਮਰਾ ਕੇ ਐਂ ਕਰ ਦੂੰਗੇ, ਉਹ ਕਰ ਦਾਂਗੇ? ਬਿਲਕੁਲ ਨਹੀਂ। ਅਸੀਂ 10 ਨੌਆਂ ਦੀ ਕਿਰਤ ਕਮਾਈ ਬਾਬੇ ਨਾਨਕ ਦੀ ਲਾਵਾਂਗੇ, ਸਾਨੂੰ ਕੋਈ ਭੈ ਨਹੀਂ।
ਭੁੱਖਮਰੀ ਤਾਂ ਬਾਬਾ ਜੀ ਦੂਰ ਕਰਤੀ, ਹਰੀ ਕ੍ਰਾਂਤੀ ਲਿਆਤੀ, ਪਰ ਸਾਡੀਆਂ ਜ਼ਮੀਨਾਂ ਦੇ ਵਿੱਚੋਂ ਅਸੀਂ ਪਾਣੀ ਮੁਕਾ ਲਿਆ। ਉੱਪਰੋਂ ਜ਼ਹਿਰਾਂ ਪਾ ਕੇ ਅਸੀਂ ਆਪਣੀਆਂ ਫਸਲਾਂ ਵਿੱਚ ਉੱਤੋਂ ਜ਼ਹਿਰਾਂ ਪਾ ਕੇ ਜ਼ਮੀਨ ਨੂੰ ਜ਼ਹਿਰੀ ਕਰ ਲਿਆ। ਜ਼ਹਿਰਾਂ ਹੁਣ ਅਸੀਂ ਖਾ ਰਹੇ ਹਾਂ ਤੇ ਸਾਨੂੰ ਸਾਡੀਆਂ ਫਸਲਾਂ ਹੁਣ ਜਿਹੜੀਆਂ ਹੋ ਰਹੀਆਂ ਉਹਨਾਂ ਨੂੰ ਕਿਤੇ ਸੁੰਡੀ ਪੈ ਰਹੀ ਆ, ਕਿਤੇ ਉੱਧਰ ਨਰਮੇ 'ਚ ਸੁੰਡੀ ਪੈ ਗਈ, ਕਿਤੇ ਮੱਕੀ 'ਚ ਸੁੰਡੀ ਪੈ ਗਈ, ਦਵਾਈਆਂ ਸਾਨੂੰ ਨਕਲੀ ਮਿਲ ਰਹੀਆਂ। ਫਿਰ ਸਰਕਾਰਾਂ ਤੋਂ ਤੁਸੀਂ ਕੋਈ ਉਮੀਦ ਰੱਖਦੇ ਹੋ ਕਿ ਕੋਈ ਚੀਜ਼ ਸਾਨੂੰ ਅਸਲੀ ਮਿਲ ਜਾਏਗੀ? ਸਾਨੂੰ ਇਹਨਾਂ ਤੇ ਕੋਈ ਉਮੀਦ ਨਹੀਂ। ਇਹ ਸੁੰਡੀ ਵੀ ਇਹੀ ਕਰ ਰਹੇ, ਬੀਜ ਮਾੜੇ ਦੇ ਰਹੇ, ਸੁੰਡੀ ਦੀ ਦਵਾਈ ਨਹੀਂ ਸਹੀ ਦੇ ਰਹੇ। ਇਹਨਾਂ ਨੂੰ ਮਤਲਬ ਇਹ ਹੈ ਵੀ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਡਬੋਈਏ ਵੀ ਜਿਹੜੇ ਧਾਨੇ ਤੇ ਪ੍ਰਸਾਦਾ ਪਾਣੀ ਚਲਾਉਣੇ ਜਾਂ ਕੁਛ, ਸਾਨੂੰ ਕੋਈ ਫੰਡਿੰਗ ਨਹੀਂ ਆਉਂਦੀ। ਸਾਡਾ ਇਹ ਹੱਕ ਆ ਵੀ ਖੋ ਰਹੇ, ਮਾੜੀਆਂ ਦਵਾਈਆਂ ਸਭ ਕੁਝ, ਬੀਜ ਮਾੜੇ, ਲੇਕਿਨ ਗੁਰੂ ਨਾਨਕ ਸਾਡੇ ਨਾਲ ਹੈ। ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਉਹਨਾਂ ਨੂੰ ਪੰਜਾਬ ਦੇ ਹਿਤੈਸ਼ੀ ਮੰਨਦੇ ਹੋ ਤੁਸੀਂ ਕਿ ਉਹ ਪੰਜਾਬ ਦੇ ਹੱਕ 'ਚ ਖੜੇ ਆ? ਦੇਖੋ ਅਸੀਂ ਆਏ ਨਹੀਂ ਮੰਨਦੇ, ਇਹ ਸੋਚਣ ਵਾਲੀ ਗੱਲ ਹੈ। ਲੇਕਿਨ ਮੂਹਰਾ ਇਲੈਕਸ਼ਨ ਆ ਰਹੇ, ਪੋਚਾ ਪਾਚੀ ਕਰ ਰਹੇ ਸਭ, ਤਹਿ ਦਿਲ ਤੇ ਕੋਈ ਨਹੀਂ ਖੜਾ। ਇਹ ਸਭ ਪੋਚਾ ਪਾਚੀ ਦਾ ਕੰਮ ਹੈ ਇਹਨਾਂ ਲੋਕਾਂ ਦਾ, ਸਿਰਫ ਇਹ 22 ਦੇ ਇਲੈਕਸ਼ਨਾਂ ਦਾ। ਲੇਕਿਨ ਅਸੀਂ ਵੋਟ ਨਹੀਂ ਕਿਸੇ ਨੂੰ ਦੇਵਾਂਗੇ, ਸਿਆਸੀ ਪਾਰਟੀ ਨੂੰ, ਜੇ ਸਾਡੇ ਸੰਘਰਸ਼ ਤੇ ਦੂਰ ਰਹੇ। ਆਪਣਾ ਝੰਡਾ ਨਾ ਲਾਉਣ, ਕਿਸਾਨਾਂ ਦਾ ਝੰਡਾ ਲੈ ਕੇ ਆਵਾਂ ਖੜੇ ਧਾਨੇ ਦੇ ਵਿੱਚ, ਸਟੇਟ ਤੇ ਅਸੀਂ ਚੜ੍ਹ ਨਹੀਂ ਦੇਵਾਂਗੇ। ਆਪਣਾ ਝੰਡਾ ਲੈ ਕੇ ਆਵਾਂ ਕਿਸਾਨੀ ਦਾ, ਵੀ ਅਸੀਂ ਕਿਸਾਨ ਹੈ। ਜੇ ਇਹ ਆਪਣੇ ਅਲੱਗ-ਅਲੱਗ ਝੰਡੇ ਲੈ ਕੇ ਉਹਨੇ ਜਕਾਰੇ ਛੱਡਦੇ, ਉਹ ਕਿਸਾਨਾਂ ਦੀ ਖਦਾਇਤੀ। ਤੁਹਾਨੂੰ ਲੱਗਦਾ ਵੀ ਕਿਸਾਨਾਂ ਨੂੰ ਆਪਣੀ ਇੱਕ ਖੇਤਰੀ ਪਾਰਟੀ ਦੀ ਲੋੜ ਆ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ? ਹਾਂਜੀ ਹਾਂਜੀ ਬਿਲਕੁਲ, ਕਿਸਾਨਾਂ ਨੂੰ ਆਪਣੇ ਭੈਣ ਭਰਾਵਾਂ ਦੀ ਲੋੜ ਹੈ, ਹੋਰ ਕਿਸੇ ਦੀ ਲੋੜ ਨਹੀਂ। ਠੀਕ ਹੈ ਜੀ। ਜੇ 1 ਸਾਲ ਦੇ ਵਿੱਚ ਸਾਡੇ ਕਿੰਨੇ ਭਰਾ ਸ਼ਹੀਦ ਹੋ ਗਏ, ਕਿਸੇ ਨੇ ਸਾਰ ਲਈ ਜਾ ਕੇ। ਮੱਛਰ ਖਾ ਰਿਹਾ, ਮੱਖੀਆਂ ਖਾ ਰਹੀਆਂ, ਸੱਪ ਖਾ ਰਹੇ ਆ, ਕਿਆ ਹਾਲ ਹੈ ਉੱਥੇ, ਪਾਣੀ 'ਚ ਡੁੱਬ ਰਹੇ। ਚੰਨੀ ਸਾਹਿਬ ਤਾਂ ਕਹਿੰਦੇ ਸਿੰਘੂ ਬਾਰਡਰ ਤੇ ਹੋਰ ਜਿਹੜੇ ਦਿੱਲੀ ਦੇ ਬਾਰਡਰ ਆ ਤੀਰਥ ਬਣ ਗਏ, ਮੈਂ ਉੱਥੇ ਮੱਥਾ ਟੇਕਣ ਆਣਾ ਹੈ। ਤੁਸੀਂ ਕਹਿੰਦੇ ਕਿਸੇ ਨੇ ਸਾਰ ਨਹੀਂ ਲਈ। ਸਾਡੀ ਅਜੇ ਤੱਕ ਕਿਸੇ ਨੇ ਸਾਰ ਨਹੀਂ ਲਈ, ਤੁਹਾਡੇ ਸਾਹਮਣੇ ਹੀ ਹੈ। ਫਿਰ ਜਿਹੜੀਆਂ ਗੱਲਾਂ ਇਹਨਾਂ ਨੂੰ ਕੀ ਸਮਝਦੇ ਹੋ? ਇਹ ਗੱਲਾਂ ਅਜੇ ਤਾਂ ਫੋਕੀਆਂ, ਜਾਂ ਕਰੂੰਗੇ ਜਾਂ ਤਾਂ ਅਸੀਂ ਮੰਨਾਂਗੇ। ਜੇ ਜਾਂਦੇ ਆ ਫਿਰ ਉੱਥੇ ਉਹਨਾਂ ਨੂੰ ਬਹਿਣ ਦਓਗੇ? ਬਿਲਕੁਲ ਬੈਠਣਗੇ, ਜੇ ਕਿਸਾਨ ਬਣ ਕੇ ਜਾਣਗੇ। ਕਿਸਾਨਾਂ ਦਾ ਝੰਡਾ ਹੋਊਗਾ ਕੋਲ, ਕਿਸਾਨ ਬਣ ਕੇ ਜਾਊਂਗੇ, ਅਸੀਂ ਉਹਨਾਂ ਦਾ ਸਵਾਗਤ ਕਰੂੰਗੇ, ਕੋਈ ਉਹਨਾਂ ਦੀ ਬੇਇੱਜ਼ਤੀ ਨਹੀਂ ਕਰਾਂਗੇ, ਜੇ ਕਿਸਾਨ ਬਣ ਕੇ ਜਾਣਗੇ। ਠੀਕ ਹੈ ਜੀ। ਸੋ ਹੁਣ ਜੇਕਰ ਤੁਸੀਂ ਦੇਖਦੇ ਹੋ ਕਿ ਮੋਦੀ ਸਰਕਾਰ ਕਿਸ ਤਰ੍ਹਾਂ ਝੁਕੇ, ਕੀ ਕਰਨਾ ਚਾਹੀਦਾ? ਹੁਣ ਅੱਜ ਦਾ ਪ੍ਰੋਗਰਾਮ ਹੀ ਬਹੁਤ ਹੈ ਜਾਂ ਫਿਰ ਆਉਣ ਵਾਲੇ ਸਮੇਂ 'ਚ ਹੋਰ ਕਰੜੇ ਪ੍ਰੋਗਰਾਮ ਚਾਹੀਦੇ ਆ? ਦੇਖੋ ਜੀ, ਗੱਲ ਇੱਦਾਂ, ਜੇ ਮੋਦੀ ਸਾਹਿਬ ਨਹੀਂ ਝੁਕੇਗਾ ਤਾਂ ਝੁਕਣ ਵਾਲੇ ਕਿਸਾਨ ਵੀ ਨਹੀਂ। ਪੀਸਫੁਲ ਰਵਾਂਗੇ, ਪੀਸਫੁਲ ਹੈ। ਅੱਜ ਤੱਕ ਮੈਨੂੰ ਦੱਸ ਦਿਓ ਇੱਕ ਵੀ ਕੋਈ ਸਰਕਾਰ ਦਾ ਨੁਕਸਾਨ ਕਰਿਆ ਹੋਵੇ, ਕੋਈ ਰੇਲ ਜਾਲੀ ਹੋਵੇ, ਕੋਈ ਬੱਸਾਂ ਜਾਲੀਆਂ ਹੋਣ, ਕਿਸੇ ਦੀ ਕਾਰ ਫੂਕੀ ਹੋਵੇ। ਤੁਸੀਂ ਤਾਂ ਪ੍ਰੈਸ ਵਾਲੇ ਸਭ ਕੁਝ ਜਾਣਦੇ। ਅਸੀਂ ਪੀਸਫੁਲ ਰਵਾਂਗੇ 24 ਤੱਕ, ਅਸੀਂ ਇਹਨਾਂ ਨੂੰ ਭਜਾ ਕੇ ਭੱਜਾ। ਪਰ ਜਿਹੜਾ ਫਾਨਾ ਤੁਸੀਂ ਗੱਡਤਾ, ਹੁਣ ਉਹਦੇ ਪਰ ਸੱਟ ਤੇ ਸੱਟ ਮਾਰੀ ਜਾਂਦੇ, ਉਹ ਵੀ ਤਾਂ ਦਰਦ ਦਿੰਦਾ ਹੀ ਅੰਦਰ ਜਾਂਦਾ ਉਹਨਾਂ ਨੂੰ। ਨਹੀਂ ਨਹੀਂ, ਇਹ ਤਾਂ ਹੁਣ ਦੇਖੋ ਤੁਹਾਨੂੰ ਸਾਰਾ ਕੁਝ ਪਤਾ ਵੀ ਇਹ ਫਾਨੇ ਬਿਨਾਂ ਤਾਂ ਗੱਲ ਨਹੀਂ ਬਣਨੀ। ਸੌਖੀਆਂ ਨਹੀਂ ਸਰਦਾਰੀਆਂ ਲੈਣੀਆਂ, ਇਹ ਸੀਸ ਦੇ ਕੇ ਦਿੱਤੀਆਂ ਸਰਦਾਰੀਆਂ, ਐਵੇਂ ਤਾਂ ਨਹੀਂ ਮਿਲੀਆਂ। ਇਤਿਹਾਸ ਪੜ੍ਹੋ ਸਿੱਖੀ ਦਾ ਵੀ ਇਹ ਸਰਦਾਰੀਆਂ ਕਿਵੇਂ ਮਿਲੀਆਂ। ਇਤਿਹਾਸ ਤਾਂ ਕਹਿੰਦਾ ਵੀ ਸੀਸ ਦੇ ਕੇ ਮਿਲੀਆਂ, ਪਰ ਜੇ ਅੱਜ ਲੋੜ ਪੈਂਦੀ ਹੈ ਫਿਰ ਤਿਆਰ ਆ? ਹਾਂ ਬਿਲਕੁਲ ਤਿਆਰ ਹੈ, ਕੋਈ ਉਹ ਨਹੀਂ। ਰੋਪੜ ਜ਼ਿਲ੍ਹਾ ਸਾਡਾ, ਪਹਿਲਾਂ ਸੀਸ ਅਸੀਂ ਦੇਵਾਂਗੇ। ਜਿੱਦਣ ਸ਼ੰਭੂ ਬਾਰਡਰ ਤੇ ਉਰੇ ਦੀ ਤੁਰੇ ਸੀਗੇ, ਪਹਿਲਾਂ ਅਸੀਂ ਲੱਗੇ ਉੱਥੇ ਬੈਰੀਕੇਡ ਤੋੜਨ ਨੂੰ। ਅਸੀਂ ਨਹੀਂ ਪਿੱਛੇ ਹਟਦੇ, ਅਸੀਂ ਲੜਾਂਗੇ ਪੀਸਫੁਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ। ਐਦਾਂ ਨਹੀਂ ਵੀ ਕਿਸੇ ਨੂੰ ਮਾਰ ਦਿਓ, ਕਿਸੇ ਨੂੰ ਲੁੱਟ ਲਓ, ਕਿਸੇ ਨੂੰ ਖਾ ਲਓ। ਸੋ ਬਿਲਕੁਲ ਉਮਰਾਂ ਭਾਵੇਂ ਵਡੇਰੀਆਂ, ਪਰ ਹੌਸਲੇ ਬੁਲੰਦ ਆ, ਹੌਸਲੇ ਨੌਜਵਾਨਾਂ ਵਰਗੇ ਨੇ। ਤੇ ਇਹਨਾਂ ਦਾ ਇਹ ਵੀ ਕਹਿਣਾ ਕਿ ਸਰਕਾਰ ਨੂੰ ਝੁਕਣਾ ਇੱਕ ਦਿਨ ਜ਼ਰੂਰ ਪਏਗਾ। ਜਿਹੜਾ ਫਾਨਾ ਹੁਣ ਕਿਸਾਨਾਂ ਨੇ ਗੱਡਿਆ ਹੋਇਆ, ਉਹਦੇ ਉੱਤੇ ਚੋਟ ਤੇ ਚੋਟ ਹੁੰਦੀ ਰਹੇਗੀ। ਜਿਹੜੇ ਪ੍ਰੋਗਰਾਮ ਨੇ ਉਹ ਸਖਤ ਤੋਂ ਸਖਤ ਹੁੰਦੇ ਜਾਣਗੇ, ਅੱਜ ਨਹੀਂ ਤਾਂ ਕੱਲ। ਜੇਕਰ ਸਰਕਾਰ ਨਹੀਂ ਝੁਕਦੀ, ਨਹੀਂ ਮੰਨਦੀ, ਤਾਂ ਇਹਨਾਂ ਦੇ ਪ੍ਰੋਗਰਾਮ ਇਸੇ ਤਰ੍ਹਾਂ ਚੱਲਦੇ ਰਹਿਣਗੇ। ਨਿਰੰਤਰ ਕਿਸਾਨ ਜਿਹੜਾ ਹੈਗਾ ਆਪਣਾ ਸੰਘਰਸ਼ ਲੜਦਾ ਰਹੇਗਾ। ਸੋ ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਸਰਕਾਰ ਦੇ ਉੱਤੇ ਕੀ ਫਰਕ ਪੈਂਦਾ ਹੈ। ਸਰਕਾਰ ਅੱਜ ਝੁਕਦੀ ਹੈ ਜਾਂ ਕਿਸਾਨਾਂ ਨੂੰ ਹਜੇ ਹੋਰ ਲੰਮਾ ਸੰਘਰਸ਼ ਕਰਦੇ ਰਹਿਣਾ ਪਏਗਾ। ਉਮੀਦ ਕਰਦੇ ਹਾਂ ਕਿ ਜਲਦੀ ਸਰਕਾਰਾਂ ਇਸ ਚੀਜ਼ ਨੂੰ ਸਮਝਣ ਕਿ ਕਿਸਾਨਾਂ ਦਾ ਜਿਹੜੇ ਕਾਨੂੰਨ ਲੈ ਕੇ ਆਈ ਹੈ ਸਰਕਾਰ, ਉਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਆ। ਜਲਦੀ ਸਰਕਾਰ ਇਸ ਚੀਜ਼ ਨੂੰ ਸਮਝੇ ਤੇ ਜਲਦੀ ਕਿਸਾਨਾਂ ਨੂੰ ਉਹਨਾਂ ਦੇ ਹੱਕ ਦੇਵੇ ਤੇ ਕਿਸਾਨ ਆਪਣੇ ਹੱਕਾਂ ਨੂੰ ਲੈ ਕੇ
ਖੁਸ਼ੀਆਂ ਮਨਾਉਂਦੇ ਬਾਰਡਰਾਂ ਤੋਂ ਆਪਣੇ ਘਰਾਂ ਨੂੰ ਚਲ ਜਾਣ। ਨਿਰਭੈ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਰੋਪੜ।